सतनाम वाहिगुरु साहिब जी। श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिस मह अमृत ज्ञान है मानक भगत। श्री गुरु ग्रंथ साहिब उदद बंदों। श्री गुर शब्द कमाए जिन जीते पंच विकार। तिन संतन को बंदना सिर चरणन पर। एक अंकारा सतगुरु तेह प्रसाद सच। वाहिगुरु जी की फतेह। विघ्न विनाशन एक अंकारा सतगुरु तेह प्रसाद सच। वाहिगुरु जी की फतेह। विघ्न विनाशन सोए। सतगुर दे दे उपदेश। दासन की शरण चहत अशेष। एक दिन चंचल चढ़े तुरंग। गए बहर बहु संगत संग। हिम सतगुर दे दे उपदेश। दासन की शरण चहत वशेष। वाहिगुरु जी का खालसा वाहिगुरु जी की फतेह। परम सन्मानयोग चवर छतर तख्त दे मालक। गुरदा गदी दे तख्त दे सुभाए मान। प्रगट गुरां की देह प्रताख हार। धन धन सतगुरु श्री गुरु ग्रंथ साहिब महाराज जी की परम पवित्र हजूरी दे अंदर। धन धन श्री गुरु तेग बहादुर साहिब जी महाराज। धर्म रखियक बंदगी स्वरूप शस्त्र धारी शांति दे पुंज। नौवें पातशाह दे पवित्र तप अस्थान गुरुद्वारा श्री भोरा साहिब जी विखे सतगुरां दी हजूरी अंदर अमृत वेले तो ही सजे हुए दीवाना दे विच हाजरियां भर रहे गुरु प्यारी खालसा साध संगत जी। साहिबां दी अपार बख्शिश दा सदका गुरसिख प्यारे प्रेमी भौरे बन करके अपने चरना सतगुरां दे कमल वर्गे पावन चरना दी गुर शब्द दी सुगंधी लैण हित ਵੱਡੇ ਤੜਕੇ ਤੋਂ ਹੀ ਸੰਗਤਾਂ ਇਸ ਸਥਾਨ 'ਤੇ ਹਾਜ਼ਰੀ ਭਰ ਰਹੀਆਂ ਨੇ। ਸਤਿਗੁਰਾਂ ਦੇ ਪਾਵਨ ਸਥਾਨਾਂ 'ਤੇ ਗੁਰਬਾਣੀ ਦੇ ਪਾਠ ਹੋਏ। ਅੰਮ੍ਰਿਤਮਈ ਬਾਣੀ ਦੇ ਕੀਰਤਨ ਹੋਏ। ਗੁਰ ਸ਼ਬਦ ਕਥਾ ਵਿਚਾਰ ਹੋਈ। ਇਹ ਸਵੇਰ ਤੋਂ ਹੀ ਫਿਰ ਤੁਰਕੀ ਬਾਣੀ ਦਾ ਕੀਰਤਨ ਇਲਾਹੀ ਜਸ ਮਹਾਰਾਜ ਦੇ ਹਜ਼ੂਰ ਹੋ ਰਿਹਾ ਹੈ। ਹੁਣ ਦਿਨ ਦੇ ਪਿਛਲੇ ਪਹਿਰ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜਿੱਥੇ ਗੁਰ ਇਤਿਹਾਸ ਦੀ ਵਿਚਾਰ ਦਾ ਸਮਾਂ ਹੈ। ਅੱਜ ਦਾ ਦਿਹਾੜਾ ਵੀ ਬੜਾ ਪਵਿੱਤਰ ਹੈ। ਜਿਸ ਦਿਨ ਪੰਜਵੇਂ ਪਾਤਸ਼ਾਹ ਗੁਰਿਆਈ ਦੇ ਤਖਤ 'ਤੇ ਬਿਰਾਜਮਾਨ ਹੋਏ। ਕਥਾ ਦੇ ਪਿਛਲੇ ਸਮੇਂ 'ਚ ਗੁਰੂ ਸਾਹਿਬ ਦੇ ਗੁਰਿਆਈ ਦੇ ਇਤਿਹਾਸ ਨਾਲ ਵੀ ਆਪਾਂ ਸਾਂਝ ਪਾਵਾਂਗੇ। ਆਓ ਪਹਿਲਾਂ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ, ਜਿਹਦੇ ਵਿੱਚ ਕੱਲ੍ਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਦੇ ਇਹ ਪ੍ਰਸੰਗ ਆਪਾਂ ਸੁਣੇ ਨੇ ਕਿ ਵੀ ਕੋਈ ਦੋ ਸਿੱਖ ਕਿਸੇ ਦੇਸ਼ 'ਚੋਂ ਚੱਲ ਕੇ ਆਏ ਨੇ ਗੁਰਾਂ ਦੇ ਹਜ਼ੂਰ।
ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਪਲੰਘੇ ਦੇ ਬਿਰਾਜਮਾਨ ਹੋ ਰਹੇ ਸਨ। ਕੁਝ ਅਚਾਨਕ ਗਿਣਤੀ 'ਚ ਸਿੱਖ ਕੁਝ ਸੇਵਾ 'ਚ ਬੈਠੇ ਸੀ ਤੇ ਸ਼ਬਦ ਪੜ੍ਹਦਿਆਂ ਜਦੋਂ ਸਿੱਖ ਆਏ ਤਾਂ ਸ਼ਬਦ ਦੀ ਕੰਨ 'ਚ ਆਵਾਜ਼ ਪਈ, ਗੁਰੂ ਹਰਿ ਸਾਹਿਬ ਕਾਹਲੀ ਨਾਲ ਪਲੰਘੇ ਤੋਂ ਉੱਠੇ ਤੇ ਤੇਜ਼ੀ ਨਾਲ ਉੱਠਦਿਆਂ ਸਤਿਗੁਰੂ ਸਾਹਿਬ ਜੀ ਦਾ ਜੋ ਪਵਿੱਤਰ ਗੋਡਾ ਹੈ ਉਹ ਪਲੰਘੇ ਦੀ ਬਾਹੀ ਦੇ ਨਾਲ ਵੱਜ ਗਿਆ। ਸਤਿਗੁਰਾਂ ਦੇ ਗੋਡੇ 'ਤੇ ਚੋਟ ਲੱਗ ਗਈ ਸਤਵੇਂ ਪਾਤਸ਼ਾਹ ਦੇ, ਪਰ ਫਿਰ ਵੀ ਗੁਰਬਾਣੀ ਦੇ ਅਦਬ ਵਾਸਤੇ ਖੜੇ ਹੋ ਗਏ, ਖਲੋ ਗਏ ਉੱਠ ਕੇ। ਸਿੱਖਾਂ ਨੇ ਮਾਲਿਸ਼ ਕੀਤੀ, ਫਿਰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਹਾਡੀ ਹੀ ਤੇ ਬਾਣੀ ਉਚਾਰਨ ਕੀਤੀ ਹੈ, ਤੁਹਾਨੂੰ ਸਤਿਗੁਰੂ ਜੀ ਇੰਨੀ ਕਾਹਲੀ ਕਰਕੇ ਉੱਠਣ ਦੀ ਲੋੜ ਕੀ ਸੀ? ਪਾਤਸ਼ਾਹ ਬਾਣੀ ਤਾਂ ਤੁਹਾਡੀ ਹੋਈ ਹੈ ਨਾ, ਤੇ ਤੁਸੀਂ ਇਹ ਕਾਹਲੀ ਕਿਉਂ ਕੀਤੀ? ਗੋਡੇ 'ਤੇ ਸੱਟ ਕਿਉਂ ਲਵਾਈ ਹੈ? ਇਹਦਾ ਕੀ ਕਾਰਨ ਹੈ ਛੇਤੀ ਕਰਨ ਦਾ? ਇਹਦੇ ਪਿੱਛੇ ਆਪ ਦੱਸੋ। ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਇਹ ਜੋ ਗੁਰਬਾਣੀ ਹੈ ਗੁਰੂ ਨਾਨਕ ਦਾ ਹਿਰਦਾ ਹੈ ਤੇ ਸਾਡੇ ਸਰੀਰ ਦੇ ਨਾਲੋਂ ਇਹ ਉੱਤਮ ਹੈ। ਇਹਦੇ ਵਿੱਚ ਗੁਰੂ ਦਾ ਅਨੁਭਵ ਹੈ, ਗੁਰੂ ਦਾ ਬਖਸ਼ਿਆ ਗਿਆਨ ਹੈ। ਤੇ ਫਿਰ ਸਤਿਗੁਰਾਂ ਦੀ ਗੁਰਬਾਣੀ ਦਾ ਅਦਬ ਸਤਿਕਾਰ ਜੇ ਅਸੀਂ ਨਹੀਂ ਕਰਾਂਗੇ ਫਿਰ ਸਿੱਖ ਕਿਵੇਂ ਕਰਨਗੇ? ਆ ਹੁਣ ਅਸੀਂ ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਝੱਟ ਹੀ ਉੱਠੇ ਹਾਂ ਵੀ ਸਿੱਖ ਗੁਰਬਾਣੀ ਦੀ ਸ਼ਬਦ ਚੌਂਕੀ ਕਰਦੇ ਆ ਰਹੇ ਨੇ। ਤੇ ਜੇ ਅਸੀਂ ਹੁਣ ਖੜੇ ਹੋਏ ਖਲੋਤੇ ਹਾਂ ਤਾਂ ਹੀ ਤੁਸੀਂ ਵੀ ਤਾਂ ਇਹ ਜਾਣੋਗੇ ਨਾ ਵੀ ਬਾਣੀ ਦੇ ਅਦਬ ਵਿੱਚ ਖਲੋਣਾ ਹੈ। ਜਦੋਂ ਕਦੇ ਸ਼ਬਦ ਚੌਂਕੀ ਆਉਂਦੀ ਹੋਵੇ, ਮਹਾਰਾਜ ਦਾ ਸਰੂਪ ਆ ਰਿਹਾ ਹੋਵੇ, ਤਾਈਓ ਹੀ ਤਾਂ ਸਿੱਖ ਹੁਣ ਮੱਥਾ ਟੇਕਦੇ, ਭਾਵਨਾ ਵਾਲੇ ਸਰੂਪ ਆਵੇ, ਨਗਰ ਕੀਰਤਨ ਆਵੇ, ਜੋੜਾ ਲਾ ਕੇ ਨਮਸਕਾਰਾਂ ਕਰਦੇ ਹਾਂ। ਇਹ ਸਤਿਗੁਰਾਂ ਨੇ ਸਾਨੂੰ ਬੀਜ ਹੀ ਐਸਾ ਬੀਜ ਕੇ ਦਿੱਤਾ। ਇਹੋ ਜਿਹੀ ਮਹਾਰਾਜ ਸਾਹਿਬ ਨੇ ਨੇਕ ਆਦਤ ਸਿੱਖਾਂ 'ਚ ਪਾਉਣ ਦੇ ਲਈ ਇੱਕ ਚੋਜ ਕੀਤਾ। ਸਾਹਿਬ ਕਹਿੰਦੇ ਜੇ ਬਾਣੀ ਦਾ ਅਦਬ ਅਸੀਂ ਨਹੀਂ ਕਰਾਂਗੇ ਫਿਰ ਗੁਰਸਿੱਖ ਕਿਵੇਂ ਕਰਨਗੇ? ਨਾਲ ਹੀ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਵੀ ਗੁਰਬਾਣੀ ਦੀ ਮਹਾਨਤਾ ਬਹੁਤ ਹੈ, ਇਹ ਸਿੱਖਾਂ ਦੀ ਕਲਿਆਣ ਕਰਦੀ ਹੈ। ਜਿਹੜਾ ਭਾਵਨਾ ਨਾਲ ਪੜ੍ਹੇ ਉਹਦੇ ਜੰਮਣ ਮਰਨ ਦੇ ਦੁੱਖ ਕੱਟੇ ਜਾਂਦੇ ਨੇ। ਤੇ ਗੁਰਸਿੱਖੋ ਜਿਹੜਾ ਗੁਰਬਾਣੀ ਦਾ ਅਦਬ ਰੱਖੇਗਾ ਉਹਨੂੰ ਜਪ ਤਪ ਕਰਨ ਦੀ ਲੋੜ ਨਹੀਂ, ਦੇਵੀ ਦੇਵਤਿਆਂ ਦੇ ਦੱਸੇ ਉਹਨਾਂ ਨੂੰ ਧੂਣੀਆਂ ਤਾਉਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕਠਿਨ ਸਾਧਨ ਕੋਰਨ ਦੀ ਲੋੜ ਨਹੀਂ ਹੈ। ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੇ, ਉਹ ਬਿਨਾਂ ਇਹੋ ਜਿਹੇ ਸਾਧਨਾਂ ਦੇ ਯਤਨ ਤੋਂ ਜਗਤ ਤੋਂ ਤਰ ਜੂਗਾ। ਤੇ ਨਾਲ ਹੀ ਦੂਜੇ ਪਾਸੇ ਵੀ ਬਚਨ ਕਹਿ ਦਿੱਤਾ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ। ਤੇ ਜਿਹੜਾ ਸਿੱਖ ਅਖਵਾਵੇ ਪਰ ਗੁਰੂ ਸਾਹਿਬ ਦੀ ਬਾਣੀ ਦਾ ਅਦਬ ਨਹੀਂ ਰੱਖੂਗਾ, ਸਤਵੇਂ ਪਾਤਸ਼ਾਹ ਕਹਿੰਦੇ ਵੀ ਜਾਣ ਲਓ ਉਹ ਸਾਡਾ ਸਿੱਖ ਹੀ ਨਹੀਂ, ਉਹ ਸਾਡਾ ਕੁਝ ਲੱਗਦਾ ਹੀ ਨਹੀਂ ਹੈ। ਕਿਉਂਕਿ ਗੁਰਬਾਣੀ ਦੇ ਅਦਬ ਤੋਂ ਬਗੈਰ ਪਰਮੇਸ਼ਰ ਦੀ ਭਗਤੀ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਭਗਤੀ ਦੀ ਦਾਤ ਤੋਂ ਬਗੈਰ ਗਿਆਨ ਪ੍ਰਾਪਤ ਨਹੀਂ ਹੁੰਦਾ, ਗਿਆਨ ਤੋਂ ਬਗੈਰ ਮੁਕਤੀ ਦੀ ਦਾਤ ਨਹੀਂ ਮਿਲਦੀ, ਮੁਕਤੀ ਤੋਂ ਬਗੈਰ ਜੀਵਨ ਮੁਕਤੀ ਦਾ ਆਨੰਦ ਨਹੀਂ ਅਨੁਭਵ ਕਰ ਸਕਦੇ, ਜੰਮਣ ਮਰਨ ਦੇ ਦੁੱਖ ਨਹੀਂ ਕੱਟੇ ਜਾਣੇ। ਇਸ ਕਰਕੇ ਸਾਰਾ ਕੁਝ ਗੁਰਬਾਣੀ ਦੇ ਸਤਿਕਾਰ ਤੋਂ ਆਰੰਭ ਹੁੰਦਾ। ਇਹ ਵੀ ਸਤਿਗੁਰਾਂ ਸਮਝਾਤਾ, ਭਾਵੇਂ ਸਿੱਖ ਕੋਈ ਜਿੰਨਾ ਮਰਜ਼ੀ ਬਾਣੀ ਪੜ੍ਹੇ, ਭਗਤੀ ਕਰੀ ਜਾਵੇ 10-10 ਘੰਟੇ ਵੀ ਕਿਉਂ ਨਾ ਭਗਤੀ ਕਰਦਾ ਹੋਵੇ, ਜੇ ਉਹ ਗੁਰਬਾਣੀ ਦਾ ਅਦਬ ਨਹੀਂ ਕਰਦਾ ਤਾਂ ਉਹਨੂੰ ਭਗਤੀ ਦਾ ਫਲ ਕੋਈ ਨਹੀਂ ਮਿਲਣਾ, ਉਲਟ ਕੇ ਸਗੋਂ ਉਹ ਦੁਖੀ ਹੋਵੇਗਾ ਗੁਰਬਾਣੀ ਦੀ ਨਿਰਾਦਰੀ ਕਰਨ ਕਰਕੇ। ਸੋ ਇਸ ਤਰ੍ਹਾਂ ਗੁਰਬਾਣੀ ਦੇ ਅਦਬ ਦੇ ਵਚਨ ਸਿੱਖਾਂ ਨੂੰ ਸਿਖਾਏ। ਗੁਰਸਿੱਖਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਡੇ ਅੰਦਰ ਗੁਰਬਾਣੀ ਦਾ ਸਤਿਕਾਰ ਵਸੇ। ਫਿਰ ਕਿਹਾ ਮਹਾਰਾਜ, ਸਤਿਗੁਰਾਂ ਕਿਹਾ ਮਨ ਨੂੰ ਸੁਚੇਤ ਕਰੋ, ਜਗਾਓ। ਤੇ ਸਤਿਗੁਰੂ ਮਨ ਜਾਗਣ ਦਾ ਕਿਵੇਂ ਪਤਾ ਲੱਗੇ? ਸਤਿਗੁਰੂ ਜੀ ਨੇ ਕਿਹਾ ਮਨ ਜਾਗਣ ਕੀ ਇਹੀ ਨਿਸ਼ਾਨੀ, ਕਹਿੰਦੇ ਮਨ ਜਾਗੇ ਦੀ ਇਹੋ ਨਿਸ਼ਾਨੀ ਹੈ, ਪ੍ਰੇਮ ਲੱਗ ਗਏ ਔਰ ਸਤਿਗੁਰ ਬਾਣੀ, ਸਤਿਗੁਰਾਂ ਦੀ ਬਾਣੀ ਦਿਲ ਵਿੱਚ ਜਦੋਂ ਚੰਗੀ ਲੱਗਣ ਲੱਗ ਪਏ ਸਮਝ ਲਓ ਵੀ ਮਨ ਜਾਗ ਪਿਆ ਹੈ। ਸੋ ਇਸ ਤਰ੍ਹਾਂ ਦੇ ਪਰਮ ਪਵਿੱਤਰ ਮਹਾਰਾਜ ਨੇ ਉਪਦੇਸ਼ ਦਿੱਤੇ, ਕਈ ਦ੍ਰਿਸ਼ਟਾਂਤ ਦੇ ਕੇ ਗੁਰਬਾਣੀ ਦੀ ਮਹਾਨਤਾ ਸਮਝਾਈ ਵੀ ਕਈ ਥਾਵਾਂ 'ਤੇ ਜੇ ਸਿੱਖ ਦਾ ਮਨ ਜੰਗਲ ਹੈ ਤਾਂ ਗੁਰਾਂ ਦੀ ਬਾਣੀ ਸ਼ੇਰ ਦੀ ਨਿਆਈ ਉੱਥੇ ਨਿਵਾਸ ਰੱਖਦੀ ਹੈ। ਜੇ ਸਿੱਖ ਦਾ ਮਨ ਨਦੀ ਹੈ ਤੇ ਜੋ ਗੁਰਬਾਣੀ ਹੈ, ਵਾਹਿਗੁਰੂ ਜੇ ਗੁਰਬਾਣੀ ਨਦੀ ਦੀ ਨਿਆਈ ਹੈ ਤੇ ਸਿੱਖ ਦਾ ਮਨ ਉਹਦੇ ਵਿੱਚ ਮੱਛੀ ਦੀ ਨਿਆਈ ਵਿੱਚ ਵਸਣਾ ਚਾਹੀਦਾ।
ਜੇ ਭਰਮ ਦਾ ਤਾਲਾ ਲੱਗਾ ਹੋਇਆ ਏ, ਗੁਰਾਂ ਦੀ ਬਾਣੀ ਉਸ ਭਰਮ ਦੇ ਜਿੰਦਰੇ ਨੂੰ ਖੋਲ੍ਹਣ ਵਾਸਤੇ ਚਾਬੀ ਦੀ ਨਿਆਈ ਹੈ। ਇਸ ਤਰ੍ਹਾਂ ਗੁਰਬਾਣੀ ਦੀ ਮਹਾਨਤਾ ਸਾਹਿਬਾਂ ਨੇ ਕਹੀ। ਇਹ ਸਤਿਗੁਰਾਂ ਦੇ ਪਵਿੱਤਰ ਬਚਨ ਆਪਾਂ ਪਿਛਲੇ ਸਮੇਂ ਸਰਵਣ ਕੀਤੇ ਸਨ। ਆਓ ਇਸ ਤੋਂ ਅੱਗੇ ਜਿਵੇਂ ਹੋਰ ਸਿੱਖੀ ਦੀ ਦਾਤ, ਸਿੱਖੀ ਦੇ ਬੇੜੇ 'ਚ ਛੇਕ ਪੈਣ ਦੀ ਬਾਤ ਤੇ ਸਿੱਖਾਂ ਦੇ ਭਲੇ ਦੇ ਬਚਨ ਗੁਰੂ ਮਹਾਰਾਜ ਸਾਹਿਬ ਕਰ ਰਹੇ ਨੇ, ਸਰਵਣ ਕਰੀਏ। ਗੁਰੂ ਸਾਹਿਬ ਦੇ ਚਰਨ ਕਮਲਾਂ ਝੁਕਾਓ ਸੀਸ, ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਸਤਿਗੁਰ ਦੇ ਉਪਦੇਸ਼। ਸਾਧ ਸੰਗਤ ਜੀ, ਇਸ ਪ੍ਰਕਾਰ ਦਾ ਜੋ ਬਚਨ ਪਿੱਛੇ ਆਪਾਂ ਸਰਵਣ ਕੀਤੇ ਆ ਕਿ ਗੁਰਾਂ ਨੇ ਕਿਹਾ ਸੀ ਵੀ ਜਿਸ ਕੇ ਭਾਗ ਪੁਰਬਲੇ ਜਾਗੇ, ਗੁਰਬਾਣੀ ਤਿਸ ਮੀਠੀ ਲਾਗੈ, ਬਿਨਾ ਭਾਗ ਤੇ ਲਖੇ ਨਾ ਕੋਈ, ਕਿਮ ਕਲ ਵਿਖੈ ਪਾਏ ਗਤ ਸੋਈ। ਇਹ ਪੂਰਬਲੇ ਚੰਗੇ ਭਾਗ ਹੋਣ, ਉਹਨਾਂ ਨੂੰ ਗੁਰੂ ਦੀ ਬਾਣੀ ਮਿੱਠੀ ਤੇ ਪਿਆਰੀ ਲੱਗਦੀ ਹੈ। ਬਿਨਾਂ ਭਾਗਾਂ ਤੋਂ ਕੋਈ ਗੁਰਬਾਣੀ ਦੇ ਅਦਭੁਤ ਤੇ ਮਹਾਨਤਾ ਨੂੰ ਨਹੀਂ ਜਾਣ ਸਕਦਾ, ਤੇ ਜਿਹੜਾ ਮਹਾਨਤਾ ਨੂੰ ਨਹੀਂ ਜਾਣਦਾ ਉਹ ਕਲਯੁਗ 'ਚ ਮੁਕਤੀ ਕਿਵੇਂ ਪਾਵੇਗਾ। ਇਹ ਬਚਨ ਗੁਰੂ ਹਰਿ ਸਾਹਿਬ ਨੇ ਕੀਤੇ। ਤੇ ਇਹ ਸਤਿਗੁਰ ਦੇ ਉਪਦੇਸ਼। ਛੇਵੇਂ ਸਤਵੇਂ ਪਾਤਸ਼ਾਹ ਜਦੋਂ ਵੀ ਕਿਤੇ ਮੌਕਾ ਬਣਦਾ ਆਪਣੇ ਸਿੱਖਾਂ ਨੂੰ, ਆਪਣੀ ਸੰਗਤ ਨੂੰ ਉਪਦੇਸ਼ ਦੇ ਕੇ, ਪਰਮ ਪਵਿੱਤਰ ਸਿੱਖਿਆ ਦੇ ਕਰਕੇ ਦਾਸਨ ਕੀ ਸਰੇ ਚਹਿਤ ਵਸੇਸ। ਮਹਾਰਾਜ ਸਦਾ ਹੀ ਆਪਣੇ ਸਿੱਖਾਂ ਦੀ ਸਰੇ ਚਾਹੁੰਦੇ ਨੇ, ਕਲਿਆਣ ਚਾਹੁੰਦੇ ਨੇ, ਸਿੱਖਾਂ ਦਾ ਭਲਾ ਚਾਹੁੰਦੇ ਹਨ। ਇਸੇ ਕਰਕੇ ਸਿੱਖਿਆ ਦਿੰਦੇ ਨੇ ਵੀ ਸਾਡੇ ਸਿੱਖਾਂ ਦਾ ਭਲਾ ਹੋਵੇ, ਸਾਡੇ ਦਾਸਾਂ ਦੀ ਕਲਿਆਣ ਹੋਵੇ। ਇੱਕ ਦਿਨ ਚੰਚਲ ਚੜੇ ਤੁਰੰਗ। ਇੱਕ ਦਿਨ ਕਹਿੰਦੇ ਵੀ ਐਸੀ ਘਟਨਾ ਵਾਪਰੀ ਵੀ ਧੰਨ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕ ਚੰਚਲ ਘੋੜੇ ਦੇ ਉੱਤੇ ਅਸਵਾਰ ਹੋਏ ਹਨ। ਮਹਿਰ ਬਹੁ ਸੰਗਤ ਸੰਗ। ਤੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਕੀਰਤਪੁਰ ਸਾਹਿਬ ਤੋਂ ਬਾਹਰ ਚੱਲ ਪਏ। ਹੋਰ ਵੀ ਬਹੁਤੀਆਂ ਸਿੱਖ ਸੰਗਤਾਂ ਸਤਵੇਂ ਪਾਤਸ਼ਾਹ ਦੇ ਨਾਲ ਚੱਲ ਪਈਆਂ। ਚਲਤ ਚਲਤੇ ਐਸੇ ਬਲ ਪਾਇਓ। ਤਾਂ ਚਲਦਿਆਂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਥਲ ਪਾਇਓ। ਚਲਦਿਆਂ ਐਸੀ ਥਾਂ, ਐਸੀ ਜਗ੍ਹਾ ਪਾਈ, ਐਸੇ ਥਾਂ ਤੇ ਪਹੁੰਚੇ। ਉਤੰਗ ਦੇਖ ਮਨ ਪਾਇਓ। ਆ ਬਹੁਤ ਉੱਚਾ ਥਾਂ ਸੀ। ਉਹ ਉੱਚੇ ਥਾਂ ਨੂੰ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਵੇਖ ਰਹੇ ਨੇ। ਤੇ ਉਹ ਉੱਚੇ ਥਾਂ ਨੂੰ ਵੇਖ ਕਰਕੇ ਮਹਾਰਾਜ ਦੇ ਮਨ ਨੂੰ ਬਹੁਤਾ ਹੀ ਭਾਇਆ, ਬਹੁਤਾ ਹੀ ਚੰਗਾ ਲੱਗਾ। ਉੱਚ ਪਰਬਤ ਦਸਕੇ ਤੀਰ। ਜਿੱਥੇ ਸਤਿਗੁਰੂ ਸਾਹਿਬ ਗੁਰੂ ਹਰਿ ਸਾਹਿਬ ਜਾ ਕੇ ਖਲੋਗੇ, ਸਾਹਮਣੇ ਕੀ ਵੇਖਦੇ ਆ ਕਿ ਇੱਕ ਬਹੁਤ ਸਾਰਾ ਉੱਚਾ ਪਰਬਤ ਹੈ ਤੇ ਉਸ ਦੇ ਕਿਨਾਰੇ ਤੇ ਇਹ ਗੁਰਮੁਖ ਦੱਸਦੇ ਆ ਵੀ ਜਿੱਥੇ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਹੈ, ਇਹ ਪਹਾੜੀ ਦੇ ਹੇਠਾਂ ਗੁਰੂ ਹਰਿ ਸਾਹਿਬ ਖਲੋ ਕੇ ਤੇ ਉਸ ਚੋਟੀ ਵਾਲੇ ਪਾਸੇ, ਉਸ ਪਹਾੜੀ ਵਾਲੇ ਪਾਸੇ ਤੱਕ ਰਹੇ ਸਨ। ਪਹੁੰਚੇ ਲਗੇ ਸੰਗਤ ਭੀਰ। ਆਪ ਵੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਮਹਾਰਾਜ ਚਲਦਿਆਂ ਉਸ ਪਹਾੜੀ ਦੇ ਹੇਠਾਂ ਨੇੜੇ ਪਹੁੰਚੇ ਤੇ ਨਾਲ ਸਿੱਖ ਸੰਗਤਾਂ ਦੀ ਵੀ ਭੀੜ ਹੈ। ਸਾਰੀ ਸੰਗਤ ਹੀ ਗੁਰਾਂ ਦੇ ਨਾਲ ਆ ਪਹੁੰਚੀ। ਹਲ ਅਰੂੜ ਤਿਸ ਸਤਿਗੁਰ ਠਾਂਡੇ। ਉਸ ਥਾਂ ਤੇ ਖਲੋ ਕਰਕੇ ਥਲ ਅਰੂੜ ਜਿਹੜਾ ਉੱਚਾ ਥਾਂ ਮਹਾਰਾਜ ਜੀ ਦੇ ਮਨ ਨੂੰ ਭਾਇਆ, ਉਹਦੇ ਉੱਪਰ ਚੜ੍ਹ ਕੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਖਲੋ ਗਏ ਇੱਕ ਥਾਂ ਤੇ। ਸਿੱਖ ਭੀ ਖੜੇ ਪ੍ਰੇਮ ਕੇ ਗਾਢੇ। ਜਦੋਂ ਸਤਿਗੁਰੂ ਸਤਵੇਂ ਪਾਤਸ਼ਾਹ ਖਲੋਤੇ ਨੇ ਉੱਚੇ ਥਾਂ ਤੇ ਪਹਾੜੀ ਵੱਲ ਤੱਕੀ ਜਾ ਰਹੇ ਹਨ, ਨਾਲ ਮਹਾਰਾਜ ਦੇ ਜਿੰਨੇ ਵੀ ਸਿੱਖ ਸੇਵਕ ਨੇ ਉਹ ਵੀ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਬੱਝੇ ਹੋਏ ਉੱਥੇ
ਇੱਕ ਥਾਂ ਤੇ ਟਿਕ ਕੇ ਖੜੇ ਹੋ ਗਏ। ਧਰਮ ਕਾਲ ਜਬ ਬੀਤਿਓ ਤਹਾਂ ਇਸ ਤਰ੍ਹਾਂ ਕਹਿੰਦੇ ਖਲੋਤਿਆਂ ਹੀ ਜਦੋਂ ਕਿੰਨਾ ਹੀ ਸਮਾਂ ਲੰਘ ਗਿਆ ਗੁਰੂ ਸਾਹਿਬ ਤੇ ਸੰਗਤਾਂ ਨੂੰ। ਸੰਗਤ ਭਈ ਬਿਸਮ ਔਰ ਮਹਾ ਸਾਰੀ ਸਿੱਖ ਸੰਗਤ ਬਹੁਤ ਹੀ ਆਪਣੇ ਦਿਲ 'ਚ ਹੈਰਾਨ ਹੋਈ ਵੀ ਇੰਨਾ ਚਿਰ ਤਾਂ ਗੁਰੂ ਸਾਹਿਬ ਕਦੀ ਬਿਨਾਂ ਕਿਸੇ ਕਾਰਨ ਇੱਕ ਥਾਂ ਤੇ ਖਲੋਂਦੇ ਨਹੀਂ ਹੁੰਦੇ। ਭਗਤ ਚਰਨ ਸਭ ਕੇ ਹੋਏ ਗਏ ਖਲੋਤਿਆਂ ਜਦੋਂ ਸਿੱਖਾਂ ਦੇ ਪੈਰ ਹੀ ਥੱਕ ਗਏ, ਖਲੋਤਾ ਹੀ ਨਹੀਂ ਜਾਂਦਾ। ਹੁਣ ਮਨ ਤੇ ਸਰੀਰ ਤਾਂ ਚਾਹੁੰਦਾ ਵੀ ਬੈਠ ਜਾਈਏ ਛੇਤੀ ਥੱਲੇ, ਕਿਉਂਕਿ ਬਹੁਤਾ ਸਮਾਂ ਪੈਰਾਂ ਦੇ ਭਾਰ ਵੀ ਖਲੋਣਾ ਔਖਾ ਹੀ ਹੈ। ਤੇ ਸਿੱਖ ਖਲੋਤੇ ਜਦੋਂ ਥੱਕ ਗਏ, ਹੰਬ ਗਏ ਸਰੀਰ ਕਰਕੇ। ਹਾਥ ਜੋੜ ਤਬ ਬੂਝਤ ਭਏ ਉਸ ਵੇਲੇ ਹੱਥ ਜੋੜ ਕੇ ਉਹਨਾਂ ਨੇ ਗੁਰੂ ਹਰਿ ਸਾਹਿਬ ਜੀ ਨੂੰ ਪੁੱਛ ਹੀ ਲਿਆ, ਸਤਿਗੁਰਾਂ ਨੂੰ ਬੇਨਤੀ ਕਰ ਹੀ ਦਿੱਤੀ ਸਿੱਖਾਂ ਨੇ। ਸ੍ਰੀ ਸਤਿਗੁਰ ਜੀ ਅੰਤਰ ਜਾਮੀ ਇਹ ਸ੍ਰੀ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਅੰਦਰ ਦੀਆਂ ਜਾਣਨ ਵਾਲਿਓ, ਸਿੱਖ ਦੇ ਅੰਦਰ ਕੀ ਘਟਨਾ ਵਾਪਰ ਰਹੀ ਹੈ ਉਸ ਗੱਲ ਨੂੰ ਵੀ ਤੁਸੀਂ ਸਮਝ ਬੁੱਝ ਲੈਂਦੇ ਹੋ। ਸੇਵਕ ਸਰੀਰ ਦੇਤ ਹੋ ਸੁਆਮੀ ਤੇ ਪਾਤਸ਼ਾਹ ਜੀ ਉਹ ਸਦਾ ਆਪਣੇ ਸੇਵਕਾਂ ਨੂੰ ਮੁਕਤੀ ਦਿੰਦੇ ਹੋ, ਉਹਨਾਂ ਨੂੰ ਖੈਰ ਸੁਖ ਬਖਸ਼ਦੇ ਹੋ, ਆਪਣੇ ਸਿੱਖਾਂ ਦੀ ਸਦਾ ਤੁਸੀਂ ਕਲਿਆਣ ਚਾਹੁੰਦੇ ਹੋ। ਕੌਣ ਪਰ ਜੋ ਜਨ ਇਹਾਂ ਖਰੇ ਪਰ ਫਿਰ ਵੀ ਸਾਡੇ ਮਨ ਦਾ ਇਹ ਸਵਾਲ ਹੈ ਸਾਰੀ ਸੰਗਤ ਦਾ ਵੀ ਬੜੇ ਸਮੇਂ ਤੋਂ ਆਪ ਮਹਾਰਾਜ ਇੱਥੇ ਇੱਕ ਥਾਂ ਤੇ ਖਲੋਤੇ ਹੋ, ਤੇ ਇਹਦੇ ਪਿੱਛੇ ਪ੍ਰਯੋਜਨ ਕੀ ਹੈ? ਆਪ ਜੀ ਦਾ ਇੱਥੇ ਖਲੋਣ ਦਾ ਕਾਰਨ ਕੀ ਹੈ? ਨਹਿ ਫੁਲਵਾਰੀ ਫੂਲਨ ਖਿਰੇ ਕਿਉਂਕਿ ਇੱਥੇ ਨਾ ਦੇ ਕੋਈ ਫੁੱਲਾਂ ਦੀ ਫੁਲਵਾੜੀ, ਕੋਈ ਬਗੀਚੀ ਖਿੜੀ ਹੋਈ ਹੈ ਵੀ ਸੋਹਣੇ ਫੁੱਲ ਹੋਣ ਤੇ ਤਾਂ ਮਨ ਨੂੰ ਸਮਝ ਪੈਂਦੀ ਹੈ ਵੀ ਮਹਾਰਾਜ ਬਾਗ ਬਗੀਚਿਆਂ ਦੀ ਸੈਰ ਕਰ ਰਹੇ ਹੈ, ਰੰਗ ਬਿਰੰਗੇ ਫੁੱਲ ਵੇਖਣਾ ਚਾਹੁੰਦੇ ਆ, ਤਰ੍ਹਾਂ ਦੇ ਬੂਟੇ ਨਿਹਾਰਨਾ ਚਾਹੁੰਦੇ ਆ। ਪਰ ਇੱਥੇ ਤਾਂ ਮਹਾਰਾਜ ਕੋਈ ਫੁੱਲਾਂ ਦੀ ਵਾੜੀ ਬਗੀਚੀ ਵੀ ਨਹੀਂ ਖਲੋਤੀ। ਸੈਲ ਨਿਕਟ ਹੈ ਸੈਲ ਨਾ ਆਨ ਆ ਸਾਹਮਣੇ ਬਸ ਜਿੱਥੇ ਖਲੋਤੇ ਆ ਇੱਕ ਸੈਲ ਪਹਾੜ ਹੀ ਆ ਨੇੜੇ, ਆ ਇੱਕ ਉੱਚੀ ਚੋਟੀ ਆ, ਹੋਰ ਕੋਈ ਸੈਰ ਕਰਨ ਵਾਲੀ ਵਿਚਰਨ ਵਾਲੀ ਕੋਈ ਹੋਰ ਥਾਂ ਨਹੀਂ ਹੈ ਜਿੱਥੇ ਪਾਤਸ਼ਾਹ ਜੀ ਆਪ ਕੋਈ ਪਹਾੜੀ ਤੋਂ ਹੇਠਾਂ ਕੋਈ ਸੈਰ ਕਰੋ, ਇੱਧਰ ਉੱਧਰ ਟਹਿਲ ਸਕੋ। ਇਹੋ ਜਿਹਾ ਸੋਹਣਾ ਵੀ ਥਾਂ ਕੋਈ ਨਹੀਂ ਇੱਥੇ। ਜਿਸ ਕੋ ਦੇਖਤ ਕਿਰਪਾ ਨਿਧਾਨ ਹਾਂ, ਜਿਸ ਨੂੰ ਇਹ ਕਿਰਪਾ ਦੇ ਨਿਧਾਨ ਖਜ਼ਾਨੇ ਸਤਿਗੁਰੂ ਜੀ ਆਪ ਕਿੰਨੇ ਸਮੇਂ ਤੋਂ ਇੱਕ ਥਾਂ ਖਲੋਤੇ ਵੇਖੀ ਜਾ ਰਹੇ ਹੋ ਵੀ ਉਹ ਪਹਾੜੀ ਵੱਲ ਤੱਕ ਰਹੇ ਹੋ, ਹੋਰ ਤਾਂ ਕੋਈ ਚੰਗੀ ਜਗ੍ਹਾ ਹੈ ਨਹੀਂ ਹੈ ਜਿਸ ਕਰਕੇ ਇੱਥੇ ਖਲੋਣਾ ਆਪ ਜੀ ਦਾ ਬਣਦਾ ਹੈ। ਹਰੇ ਹੋਣ ਕੋ ਕਾਰਨ ਔਰ ਇਸ ਕਰਕੇ ਪਾਤਸ਼ਾਹ ਸਾਡੇ ਮਨ 'ਚ ਸਵਾਲ ਆਇਆ ਵੀ ਇੱਥੇ ਖਲੋਣ ਦਾ ਕਾਰਨ ਕੋਈ ਹੋਰ ਹੀ ਹੋਵੇਗਾ, ਕਿਉਂਕਿ ਬਾਗ ਬਗੀਚਾ ਦਾ ਕੋਈ ਹੈ ਨਹੀਂ ਹੈ, ਕੋਈ ਸੈਰ ਵਾਲੀ ਜਗ੍ਹਾ ਵੀ ਨਹੀਂ ਹੈ, ਜਿਸ ਕਰਕੇ ਗੁਰੂ ਸਾਹਿਬ ਇੱਕ ਥਾਂ ਖਲੋਤੇ ਹੈ। ਇਹਦਾ ਕੋਈ ਕਾਰਨ ਸਤਿਗੁਰੂ ਜੀ ਹੋਰ ਹੀ ਸਾਡੀ ਸਮਝ ਪੈਂਦਾ ਹੈ। ਨਹਿਨ ਬਲੋਕਤ ਹਮ ਇਸ ਠੌਰ ਕਿਉਂਕਿ ਇੱਥੇ ਖਲੋਤੇ ਰਹਿਣ ਦਾ ਹੋਰ ਜਿਹੜਾ ਕਾਰਨ ਹੈ ਉਹ ਤੁਸੀਂ ਜਾਣਦੇ ਹੋ, ਸਾਨੂੰ ਤਾਂ ਮਹਾਰਾਜ ਕੁਝ ਵੇਖਣ 'ਚ ਸਮਝ ਪੈਂਦੀ ਨਹੀਂ ਹੈ ਵੀ ਕਾਹਦੇ ਲਈ ਇੱਥੇ ਤੁਸੀਂ ਖਲੋਤੇ ਹੋ। ਜਾਤੇ ਸਭ ਸੰਗਤ ਵਿਸਮਾਏ ਇਸ ਕਰਕੇ ਪਾਤਸ਼ਾਹ ਸਾਰੀ ਸੰਗਤ ਹੈਰਾਨ ਹੋ ਰਹੀ ਹੈ, ਸਾਰੇ ਹੀ ਇਹ ਆਪਸ ਵਿੱਚ ਇਦਾਂ ਦੀਆਂ ਗੱਲਾਂ ਕਰ ਰਹੇ ਨੇ, ਪਤਾ ਨਹੀਂ ਸਤਿਗੁਰੂ ਇੱਥੇ ਕਿਉਂ ਖਲੋਤੇ ਹਨ। ਕਹੇ ਅਰਜੀ ਮਰਜੀ ਜਿਮ ਪਾਏ ਹਾਂ, ਕਹੇ ਅਰਜੀ ਮਹਾਰਾਜ ਸਾਰੇ ਅਰਜੀ ਕਰਦੇ ਨੇ, ਤੁਸੀਂ ਦੱਸੋ ਮਰਜੀ ਜਿਮ ਪਾਏ, ਜਿਵੇਂ ਮਰਜੀ ਪਾ ਕੇ, ਜਿਵੇਂ ਆਪਣੇ ਹੁਕਮ ਨਾਲ, ਜਿਵੇਂ ਸਤਿਗੁਰੂ ਤੁਹਾਨੂੰ ਚੰਗਾ ਲੱਗਾ ਇੱਥੇ ਖਲੋਣਾ, ਉਹ ਖਲੋਣ ਦਾ ਤੁਹਾਡੀ ਮਰਜ਼ੀ ਦਾ ਕਾਰਨ ਕੀ ਹੈ? ਸਾਡੀ ਬੇਨਤੀ ਹੈ ਦੱਸਣਾ ਕਰੋ। ਸੁਣ ਕਰ ਬੋਲੇ ਸ੍ਰੀ ਹਰਿ ਰਾਏ ਸਿੱਖਾਂ ਦਾ ਸਵਾਲ ਸੁਣ ਕੇ ਗੁਰੂ ਹਰਿ ਸਾਹਿਬ ਜੀ ਬੋਲੇ, ਸੁਣੋ ਸਿੱਖ ਸੰਗਤ ਸਮੁਦਾਇ ਪਾਤਸ਼ਾਹ ਗੁਰੂ ਹਰਿ ਸਾਹਿਬ ਕਹਿਣ ਲੱਗੇ, ਹੇ ਸਮੂਹ ਸਿੱਖ ਸੰਗਤ ਜੋ ਵੀ ਸਾਡੇ ਨਾਲ ਇੱਥੇ ਆਈ ਹੈ, ਜਿੰਨੇ ਵੀ ਹੈ ਗੁਰਸਿੱਖ ਪਿਆਰਿਓ, ਤੁਸੀਂ ਇੱਥੇ ਖਲੋਤੇ ਹੋ, ਸੁਣਨਾ ਕਰੋ ਕੰਨ ਦੇ ਕੇ। ਜਗ ਤਾਰਨ ਸ੍ਰੀ ਨਾਨਕ ਬਾਬਾ ਵੀ ਜਗਤ ਦੇ ਤਾਰਨ ਵਾਸਤੇ ਸਾਡੇ ਵੱਡੇ ਸ਼੍ਰੋਮਣੀ ਬਾਬਾ ਸਤਿਗੁਰੂ ਸ੍ਰੀ ਨਾਨਕ ਦੇਵ ਮਹਾਰਾਜ ਖੰਡ ਪਖੰਡਨ ਸੋਰ ਸਰਾਬਾ ਤਾਂ ਜੋ ਪਖੰਡਾਂ ਦਾ ਸ਼ੋਰ ਸ਼ਰਾਬਾ ਪੈ ਰਿਹਾ ਸੀ ਚਾਰ ਸਫੇਰੇ, ਉਹਨਾਂ ਪਖੰਡਾਂ ਨੂੰ ਖੰਡਨ ਕਰਨ ਵਾਸਤੇ,
ਟੋਟੇ ਟੋਟੇ ਕਰਨ ਦੇ ਲਈ ਪਖੰਡਾਂ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੋਏ ਹਨ। ਭਰਿਓ ਜਹਾਜ਼ ਤਿਨਹੁ ਜੋ ਭਾਰਾ। ਤੇ ਅਸੀਂ ਇੱਥੇ ਖਲੋਤੇ ਵੇਖ ਰਹੇ ਹਾਂ ਵੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖੀ ਪੰਥ ਰੂਪੀ ਬਹੁਤ ਹੀ ਵੱਡਾ ਜਹਾਜ਼ ਭਰਿਆ ਹੈ। ਸਿੱਖੀ ਪੰਥ ਰੂਪੀ ਜਹਾਜ਼ ਅਨੇਕਾਂ ਹੀ ਸਿੱਖ ਸੇਵਕ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚੜ੍ਹਾਏ ਹੋਏ ਹਨ। ਭਰਿਓ ਭ੍ਰਮਰ ਮਿਹ ਭ੍ਰਮਤ ਉਦਾਰਾ। ਉਹ ਗੁਰੂ ਨਾਨਕ ਸਾਹਿਬ ਦਾ ਸਿੱਖੀ ਪੰਥ ਰੂਪੀ ਜਿਹੜਾ ਜਹਾਜ਼ ਹੈ ਭਰਿਓ ਭਰਮ ਮੈਂ ਭ੍ਰਮਤ ਉਦਾਰਾ। ਕਹਿੰਦੇ ਵੀ ਉਹ ਬਹੁਤ ਹੀ ਭਰਮ ਰਿਹਾ ਹੈ। ਜਿਵੇਂ ਘੁੰਮਣ ਘੇਰੀਆਂ ਹੁੰਦੀਆਂ ਨੇ ਨਦੀਆਂ ਦਰਿਆਵਾਂ ਦੇ ਵਿੱਚ, ਪੁਲਾਂ ਦੇ ਹੇਠਾਂ ਪਾਣੀ ਲੰਘਦਾ, ਜਿਵੇਂ ਉਹ ਘੁੰਮਣ ਘੇਰੀ 'ਚ ਕੋਈ ਫਸ ਜਾਵੇ ਤਾਂ ਉਹ ਅੱਗੇ ਨਹੀਂ ਜਾ ਸਕਦਾ। ਅਸੀਂ ਵੇਖ ਰਹੇ ਹਾਂ ਵੀ ਜਿਹੜਾ ਸਿੱਖੀ ਪੰਥ ਰੂਪੀ ਜਹਾਜ਼ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਹੈ, ਇਹ ਭਰਮ ਦਾ ਹੋਇਆ। ਭਰਮ ਦੇ ਵਿੱਚ ਪੈ ਕੇ ਸਿੱਖਾਂ ਦਾ ਜਹਾਜ਼ ਭੰਵਰ ਦੇ ਵਿੱਚ ਪੈ ਗਿਆ ਹੈ। ਉੱਥੇ ਹੀ ਘੁੰਮਣ ਘੇਰੀਆਂ 'ਚ ਭੁਲੇਖਿਆਂ 'ਚ ਪੈ ਗਏ ਨੇ ਸਿੱਖ। ਘਾਟ ਪਹੁੰਚਵੇ ਮਗ ਛੁੱਟ ਗਇਓ। ਆ ਜਿਹੜਾ ਕਿਨਾਰੇ ਤੇ ਪਹੁੰਚਣ ਦਾ ਰਾਹ ਸੀ ਨਾ, ਮੁਕਤੀ ਦਾ ਰਸਤਾ, ਉਹ ਰਾਹ ਤਾਂ ਜਿਹੜਾ ਹੈ ਇਹਨਾਂ ਦਾ ਛੁੱਟ ਹੀ ਗਿਆ ਹੈ। ਉਸ ਰਸਤੇ ਤੋਂ ਇਹ ਤਾਂ ਭੁੱਲ ਹੀ ਗਏ ਨੇ, ਰਾਹ ਦੇ ਭਰਮਣ ਦੇ ਵਿੱਚ ਹੀ ਪੈ ਗਏ ਹਨ। ਜਿਵੇਂ ਕੋਈ ਬੇੜਾ ਹੋਵੇ ਤੇ ਉਹਨੇ ਜਾਣਾ ਤੇ ਕਿਨਾਰੇ ਦੇ ਪਾਰ ਹੀ ਹੁੰਦਾ ਹੈ ਨਾ ਦੂਜੇ ਪਾਸੇ, ਫੇਰ ਹੀ ਸਵਾਰੀਆਂ ਉਤਰ ਸਕਦੀਆਂ ਹੈ ਨਾ। ਐਵੇਂ ਸਿੱਖੀ ਦਾ ਪੰਥ ਸੀ, ਜਹਾਜ਼ ਸੀ, ਇਹ 'ਤੇ ਚੜ੍ਹਾ ਕੇ ਸਿੱਖ ਮੁਕਤ ਕਰਨੇ ਸਨ। ਪਰ ਗੁਰੂ ਹਰਿ ਸਾਹਿਬ ਕਹਿੰਦੇ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖੀ ਦਾ ਜੋ ਜਹਾਜ਼ ਹੈ, ਜਿਕ ਸਿੱਖ ਸਵਾਰ ਕੀਤੇ ਸੀ, ਇਹਨਾਂ ਨੇ ਪਹੁੰਚਣਾ ਦੇ ਘਾਟ 'ਤੇ ਸੀ। ਪਹੁੰਚਣਾ ਤੇ ਇਹਨਾਂ ਨੇ ਇਸ ਕਿਨਾਰੇ 'ਤੇ ਮੁਕਤ ਹੋਣ ਵਾਸਤੇ, ਪਰ ਉਹ ਰਸਤਾ ਛੁੱਟੀ ਗਿਆ ਹੈ। ਹੋਰ ਹੀ ਭਰਮਾਂ ਭੁਲੇਖਿਆਂ 'ਚ ਪੈ ਗਏ ਹਨ। ਖੰਡ ਖੰਡ ਹੋਏ ਨਿਆਰੋ ਭਇਓ। ਉਹ ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਸਿੱਖੀ ਪੰਥ ਦਾ ਜਹਾਜ਼ ਹੈ ਉਹ ਖੰਡ ਖੰਡ ਟੋਟੇ ਟੋਟੇ ਹੋ ਗਿਆ, ਨਿਆਰੋ ਭਇਓ, ਵੱਖੋ ਵੱਖਰੋ ਹੋ ਗਿਆ ਹੈ। ਆਪੋ ਆਪਣੇ ਰਾਹ ਚਲਾ ਲਏ ਹਨ ਸਾਰਿਆਂ ਨੇ। ਜੁਦੇ ਜੁਦੇ ਸਗਰੇ ਹੋਏ ਗਏ। ਸਾਰੇ ਗੁਰੂ ਨਾਨਕ ਦੇਵ ਸਾਹਿਬ ਦੇ ਸਿੱਖ ਜੁਦੇ ਜੁਦੇ ਹੋ ਗਏ ਨੇ। ਸਿੱਖੀ ਪੰਥ ਜਹਾਜ਼ 'ਤੇ ਚੜ੍ਹੇ ਨੇ। ਜਿਵੇਂ ਕੋਈ ਲੱਤਾਂ ਖਿੱਚੇ ਵੀ ਐਨੂੰ ਖੜੋ ਜਹਾਜ਼, ਕੋਈ ਆਖੇ ਐਨੂੰ ਖੜੋ, ਦੂਜਾ ਆਖੇ ਵੀ ਇੱਧਰ ਨੂੰ ਜਾਣਾ ਹੈ, ਉਹ ਫਸਿਆ ਹੀ ਰਹੇਗਾ ਨਾ, ਕਿਨਾਰੇ ਨਹੀਂ ਲੱਗ ਸਕਦਾ। ਐਵੇਂ ਸਤਵੇਂ ਪਾਤਸ਼ਾਹ ਕਹਿੰਦੇ ਵੀ ਅਸੀਂ ਇੱਥੇ ਵੇਖ ਰਹੇ ਹਾਂ ਵੀ ਸਭ ਜੁਦੇ ਜੁਦੇ ਹੋ ਗਏ ਆ, ਸਾਰੇ ਬਿਖਰ ਗਏ ਹਨ, ਆਪੋ ਧਾਪ ਪੈ ਗਈ ਹੈ। ਹਰੇ ਭਵਰ ਗੋਆਬ ਘਟ ਲਏ। ਆਏ ਭੰਵਰ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਫਸ ਗਏ ਹਨ। ਤੇ ਜਿਹੜਾ ਅਵ ਘਟ ਹੁੰਦਾ ਔਖਾ ਰਸਤਾ, ਉਹ ਰਸਤਾ ਇਹਨਾਂ ਨੇ ਪ੍ਰਾਪਤ ਕਰ ਲਿਆ। ਔਖੇ ਰਾਹ 'ਤੇ ਚੱਲ ਰਹੇ ਨੇ, ਜਿਸ ਰਸਤੇ 'ਤੇ ਚੱਲਿਆ ਮੁਕਤ ਨਹੀਂ ਕਦੀ ਹੋ ਸਕਦੇ। ਕੋਦਹ ਪੰਥ ਪਰੇ ਬਹਿ ਜਾਤੇ। ਕੋ ਦੋਹ ਪੰਥ ਪਰੇ, ਦੋਹ ਕੀ ਹੈ ਦੁਤਸ਼ਰ, ਔਖਾ ਕਠਨ। ਕਹਿੰਦੇ ਵੀ ਜਿਹੜਾ ਕੋਈ ਵੀ ਔਖੇ ਪੰਥ ਰਸਤੇ 'ਤੇ ਪੈ ਗਿਆ ਨਾ, ਪੁੱਠੇ ਰਾਹ 'ਤੇ ਪੈ ਗਿਆ, ਬਸ ਕੋਈ ਤਾਂ ਔਖੇ ਰਾਹ 'ਤੇ ਪੈ ਕੇ ਸਿੱਖ ਰੁੜਿਆ ਹੀ ਜਾ ਰਿਹਾ ਹੈ, ਰੁੜਦੇ ਜਾ ਰਹੇ, ਗਰਕ ਹੁੰਦੇ ਜਾ ਰਹੇ ਨੇ, ਕੋਈ ਮੁਕਤੀ ਦੇ ਕਿਨਾਰੇ 'ਤੇ ਪਹੁੰਚ ਹੀ ਨਹੀਂ ਰਿਹਾ। ਕੰਠੇ ਆਨ ਲਗਾਤੇ। ਪਰ ਉਹਨਾਂ ਜੋ ਕੋਈ ਕੋਈ ਐਸੇ ਵੀ ਹਨ ਜਿਹੜੇ ਕੰਠ ਨਾਲੇ ਆ ਕੇ ਲੱਗ ਜਾਂਦੇ ਨੇ ਗੁਰੂ ਦੇ, ਉਹ ਪਾਰ ਉਤਰ ਜਾਂਦੇ ਨੇ। ਬਹੁਤੇ ਤਾਂ ਡੋਬੀ ਰਹੇ ਹਨ। ਆਪ ਆਪ ਹੋਏ ਸਭ ਕੋ ਗਏ। ਬਸ ਆਪੋ ਆਪਣੇ ਮੰਜ਼ਲਾਂ ਨੂੰ, ਆਪਣੇ ਆਪਣੀਆਂ ਲੋੜਾਂ ਨੂੰ ਸਭ ਇਕੱਠੇ ਹੋ ਗਏ ਨੇ। ਗੁਰੂ ਨਾਨਕ ਸਾਹਿਬ ਦਾ ਸਿੱਖੀ ਜਹਾਜ਼ ਜਿਹੜਾ ਸੀ, ਉਹ ਅਸਵਾਰ ਹੋਏ ਸਿੱਖ ਘੁੰਮਣ ਘੇਰ 'ਚ ਐਸੇ ਫਸੇ। ਪਾਤਸ਼ਾਹ ਕਹਿੰਦੇ ਆਪ ਆਪ ਹੋਏ ਸਭ ਕੋ ਗਏ। ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਰੁੜਦੇ ਜਾ ਰਹੇ, ਘੁੰਮਣ ਘੇਰੀ ਵਿੱਚ ਵਹਿੰਦੇ ਜਾ ਰਹੇ ਹਨ। ਜਿਸ ਕੋ ਹਮ ਅਬ ਦੇਖਤ ਭਏ। ਇੱਧਰ ਅਸੀਂ ਖਲੋਤੇ ਹੋਏ ਉਹ ਸਭ ਕੁਝ ਵੇਖ ਰਹੇ ਹਾਂ, ਸਾਡੇ ਅੱਖਾਂ ਦੇ ਅੱਗੇ ਉਹ ਦ੍ਰਿਸ਼ ਆ ਰਿਹਾ, ਸਾਨੂੰ ਉਹ ਸਾਰਾ ਨਜ਼ਾਰਾ ਦਿਖ ਰਿਹਾ ਵੀ ਕਿਵੇਂ ਸਿੱਖ ਘੁੰਮਣ ਘੇਰੀਆਂ 'ਚ ਫਸ ਕੇ ਜੁਦੇ ਜੁਦੇ ਹੋ ਗਏ ਆ, ਟੁੱਟ ਫੁੱਟ ਗਏ ਇੱਕ ਦੂਜੇ ਨਾਲੋਂ। ਸੁਣ ਕਰ ਬਚਨ ਭਿਅੰਕਰ ਗੁਰ ਕੇ। ਗੁਰੂ ਸਾਹਿਬ ਦੇ ਐਸੇ ਭਿਅੰਕਰ ਡਰਾਉਣੇ ਜਿਹਦੇ ਨਾਲ ਭਾਵਨਾ ਵਾਲਾ ਸਿੱਖ ਕੰਬ ਜਾਵੇ, ਬਚਨ ਜਦੋਂ ਸੁਣੇ ਸਿੱਖਾਂ ਨੇ। ਸਿੱਖਾਂ
ਧੜਕਣ ਕੇ ਔਰ ਤਬ ਬਹੁ ਧੜਕੇ। ਸਿੱਖਾਂ ਦਾ ਦਿਲ ਧੜਕਣ ਲੱਗ ਪਿਆ, ਧੜਕਣਾਂ ਤੇਜ਼ ਹੋ ਗਈਆਂ, ਕੰਬਣ ਲੱਗ ਪਏ ਵੀ ਮਹਾਰਾਜ ਕੈਸਾ ਭਜਨ ਕਰ ਰਹੇ ਨੇ ਵੀ ਸਿੱਖੀ ਦਾ ਜਹਾਜ਼ ਜਿਹੜਾ ਡੁੱਬ ਰਿਹਾ ਹੈ ਟੋਟੇ ਟੋਟੇ ਹੋ ਗਿਆ ਏ। ਭਏ ਦੀਨ ਪੰਤੇ ਪੁਨ ਬਿਨਤੀ। ਦੀਨ ਹੋ ਗਏ, ਹਾਥੀ ਜੁੜ ਗਏ, ਕੰਬਦਿਆਂ ਹੋਇਆਂ ਨੇ ਫੇਰ ਸਤਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। ਸ੍ਰੀ ਗੁਰ ਭਈ ਸਬਦ ਕੇ ਗਿਣਤੀ। ਇਹ ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ, ਸਾਰੇ ਸਿੱਖਾਂ ਦੇ ਮਨ 'ਚ ਚਿੰਤਾ ਜੀ, ਇਹ ਗਿਣਤੀ ਜੀ, ਵਿਚਾਰ ਜੀ ਆਉਣ ਲੱਗ ਪਈ ਤੁਹਾਡਾ ਬਚਨ ਸੁਣ ਕੇ। ਭੇਵ ਨ ਪਾਏ ਸਕੇ ਕਿਆ ਐਸਾ ਆਸੇ। ਮਹਾਰਾਜ ਸਾਨੂੰ ਭੇਦ ਹੀ ਨਹੀਂ ਪ੍ਰਾਪਤ ਹੋ ਰਿਹਾ, ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਤੁਹਾਡਾ ਬਚਨ ਕਹਿਣ ਵਿੱਚ ਆਸ਼ਾ ਕੀ ਹੈ। ਤੁਸੀਂ ਮਹਾਰਾਜ ਕਿਸ ਪ੍ਰਯੋਜਨ ਲਈ, ਕਿਸ ਮਤਲਬ ਲਈ ਇਹ ਸਾਰਾ ਬਚਨ ਕਰ ਰਹੇ ਹੋ, ਇਹਦੀ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗੀ। ਸਮਝਾਵੋ ਇਹ ਕਰੋ ਪ੍ਰਕਾਸ਼ੇ। ਤੇ ਇਹ ਸਾਰਾ ਬਚਨ ਮਹਾਰਾਜ ਤੁਸੀਂ ਖੋਲ ਕੇ ਸਮਝਾਓ ਹਾਂ ਵੀ ਕਿਵੇਂ ਘੁੰਮਣ ਘੇਰੀ 'ਚ ਕੌਣ ਫਸ ਗਿਆ, ਕੌਣ ਡੁੱਬ ਰਹੇ ਆ, ਤੇ ਇਹ ਪ੍ਰਕਾਸ਼ ਕਰੋ ਚੰਗੀ ਤਰ੍ਹਾਂ ਜਿਹੜਾ ਸਾਨੂੰ ਸਮਝ ਆਵੇ ਆਪ ਜੀ ਦੇ ਬਚਨ ਦੀ। ਜਿਮ ਦਾਸਨ ਤੇ ਸਮਝੇ ਜਾਏ। ਆਪ ਜੀ ਦੇ ਅਸੀਂ ਮਹਾਰਾਜ ਸੇਵਕ ਹੈ, ਸਾਡੀ ਮੱਤ ਥੋੜੀ ਹੈ, ਤੇ ਜਿਵੇਂ ਸਾਨੂੰ ਸਮਝ ਆਵੇ ਸੌਖਾ ਇਸ ਪ੍ਰਕਾਰ ਦੇਹੋ ਹਮਹੁ ਬਤਾਏ। ਉਸ ਤਰ੍ਹਾਂ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਦਿਓ, ਉਸ ਪ੍ਰਕਾਰ ਸਾਨੂੰ ਸਮਝਾ ਦਿਓ। ਕਿਰਪਾ ਸਿੰਧ ਸੁਣ ਕੇ ਮੁਸਕਾਏ। ਸਿੱਖਾਂ ਦੀ ਬੇਨਤੀ ਘਬਰਾਹਟ ਦੇ ਸਹਿਤ ਕੀਤੀ ਸੁਣ ਕੇ ਗੁਰੂ ਮਹਾਰਾਜ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਓ ਸਿੱਖੋ ਬੂਝੋ ਇਸ ਭਾਏ। ਕਹਿਣ ਲੱਗੇ ਹੇ ਸਿੱਖੋ ਜੇ ਪੁੱਛਦੇ ਹੀ ਹੋ ਤਾਂ ਇਸ ਭਾਏ ਇਸ ਤਰ੍ਹਾਂ ਗੱਲ ਸਮਝ ਲਓ, ਅਸੀਂ ਤੁਹਾਨੂੰ ਦੱਸਦੇ ਹਾਂ। ਸਿੱਖ ਸੇਵਕ ਆਪ ਭੁੱਲ ਗਏ। ਅਸੀਂ ਇਹ ਦੱਸ ਰਹੇ ਹਾਂ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਅਖਵਾਉਣ ਵਾਲੇ ਸਿੱਖ, ਜਿਹੜੇ ਸੇਵਕ ਅਖਵਾਉਣ ਵਾਲੇ ਆ, ਉਹ ਗੁਰੂ ਨਾਨਕ ਦੇਵ ਸਾਹਿਬ ਦਾ ਉਪਦੇਸ਼ ਹੀ ਭੁੱਲ ਗਏ ਨੇ, ਗੁਰੂ ਸਾਹਿਬ ਦਾ ਹੁਕਮ ਮੰਨਣਾ ਹੀ ਭੁੱਲ ਗਏ ਹਨ। ਆਡ ਭੁਲਾਵਣੀ ਵਿਖੇ ਪਏ ਹੈ। ਤੇ ਇਹ ਬਹੁਤ ਹੀ ਵੱਡੀ ਜਿਹੜੀ ਭੁਲਾਵਣੀ ਹੈ ਨਾ, ਭਰਮ ਭੁਲੇਖਾ ਹੈ, ਉਹਦੇ ਵਿੱਚ ਘੁੰਮਣ ਘੇਰੀ ਹੈ, ਉਹ ਬਸ ਉਹਦੇ ਵਿੱਚ ਹੀ ਫਸ ਗਏ ਹੈ। ਮੁਕਤੀ ਦਾ ਰਾਹ ਤਾਂ ਇਹਨਾਂ ਛੱਡ ਹੀ ਦਿੱਤਾ, ਪਤਾ ਹੀ ਨਹੀਂ ਵੀ ਮੁਕਤ ਵੀ ਹੋਣਾ ਹੈ ਸੰਸਾਰ ਤੋਂ। ਅਰਥ ਲੋਭ ਕੇ ਬਸੀ ਭਰੀ ਹੈ। ਹਾਂ ਬਸ ਲੋਭ ਦੇ ਵਾਸਤੇ, ਧਨ ਦਾ ਲੋਭ ਹੀ ਹੈ ਇਹਨਾਂ 'ਚ ਹੁਣ ਤਾਂ, ਧਨ ਦੇ ਲੋਭ ਦੇ ਵਸ ਵਿੱਚ ਹੀ ਪੈ ਗਏ ਨੇ। ਇਹ ਤਾਂ ਉਦੋਂ 10ਵੇਂ ਜਾਮੇ ਦੇ ਵੇਲੇ ਦੇ ਬਚਨ ਹੀ ਹਾਲਾਂ ਕਰ ਰਹੇ, ਉਸ ਤੋਂ ਬਾਅਦ ਵੀ ਤਾਂ ਪਾਤਸ਼ਾਹ ਦੇ ਬਚਨ ਜਿਹੜੇ ਹੁਣ ਵੀ ਤਾਂ ਇਦਾਂ ਹੀ ਢੁਕਦੇ ਹੀ ਹੈ। ਗੁਰੂ ਦਾ ਉਪਦੇਸ਼ ਕਦੀ ਪੁਰਾਣਾ ਹੀ ਨਹੀਂ ਹੁੰਦਾ, ਇਹੀ ਤੇ ਉਪਦੇਸ਼ ਦਾ ਲਾਭ ਹੈ ਵੀ ਜਦੋਂ ਭਾਵੇਂ 500 ਸਾਲ 300 ਸਾਲ 400 ਸਾਲ ਪਹਿਲਾਂ ਬਚਨ ਹੋਇਆ ਹੋਵੇ, ਪਰ ਹੁਣ ਜਦੋਂ ਪੜ੍ਹੀਏ ਸੁਣੀਏ ਤਾਂ ਲਾਗੂ ਉਦੋਂ ਵੀ ਹੁੰਦਾ ਹੈ। ਵੇਖਦੇ ਤਾਂ ਆਪਾਂ ਇਹ ਵੇਖਦੇ ਹੀ ਆ ਨਾ ਵੀ ਸਭ ਫਸੇ ਹੀ ਆ ਭਰਮਣ ਦੇ ਵਿੱਚ, ਆਪੋ ਆਪਣੇ ਰਾਹ ਚਲਾਏ ਨੇ, ਸਭ ਨੇ ਆਪੋ ਆਪਣਾ ਪੰਥ, ਹਰ ਕੋਈ ਸ਼੍ਰੋਮਣੀ ਪੰਥੀ ਹੈ, ਹਰ ਕੋਈ ਮੁਖੀ ਹੋਈ ਹੈ, ਹਰ ਕੋਈ ਕਹਿੰਦਾ ਮੈਂ ਹੀ ਹੈ। ਘੱਟ ਕੌਣ ਕਹਾਉਂਦਾ ਇੱਥੇ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਧਰਮ ਦਾ ਠੇਕਾ ਸਾਡੇ ਕੋਈ ਹੈ, ਇਹ ਲਾਇਸੈਂਸ ਤਾਂ ਸਾਰੇ ਹੀ ਚੁੱਕੀ ਫਿਰਦੇ ਹਨ। ਜਦੋਂ ਕਿ ਗੁਰੂ ਕਾ ਘੋੜਿਆਂ ਦੀ ਲਿੱਦ ਢਾਉਣ ਵਾਲਾ ਇੱਕ ਗਰੀਬ ਤੋਂ ਗਰੀਬ ਸਿੱਖ ਵੀ ਪੰਥ ਦਾ ਓਨਾ ਹੀ ਹਿੱਸੇਦਾਰ ਹੈ ਜਿੰਨਾ ਕੋਈ ਬਹੁਤਾ ਵੱਡਾ ਜਥੇਦਾਰ ਹੈ। ਸਤਿਗੁਰੂ ਮਹਾਰਾਜ ਦੇ ਘਰ ਦੀ ਵਡਿਆਈ ਇਹ ਹੈ, ਇੱਥੇ ਹੰਨੇ ਹੰਨੇ ਪਾਤਸ਼ਾਹੀ ਦੀ ਮਰਿਆਦਾ ਰਹੀ। ਘੋੜੇ ਦੀ ਕਾਠੀ ਤੇ ਬੈਠਾ ਸਿੱਖ ਹੀ ਕਹਿੰਦਾ ਮੈਂ ਹੀ ਪਾਤਸ਼ਾਹ ਹਾਂ, ਪਰ ਇਹ ਮਰਿਆਦਾ ਦੇ ਵਿੱਚ ਫਰਕ ਪੈ ਗਿਆ ਕਿਉਂਕਿ ਹੋਰ ਪਾਸੇ ਦਾ ਵੋਟਾਂ ਦਾ ਸਿਸਟਮ ਪੰਥ ਵਿੱਚ ਆ ਗਿਆ। ਗੁਰੂ ਘਰ ਦੇ ਵਿੱਚ ਹਮੇਸ਼ਾ ਸਿਲੈਕਸ਼ਨ ਹੁੰਦੀ ਰਹੀ ਹੈ, ਇਲੈਕਸ਼ਨ ਨਹੀਂ ਸੀ ਕਦੀ ਹੋਈ। 5 ਪਿਆਰਿਆਂ ਦੀ ਸਿਲੈਕਸ਼ਨ ਹੋਈ ਹੈ, ਸਿਲੈਕਟ ਕੀਤੇ ਨੇ ਚੰਗੇ ਜੀਵਨ ਵਾਲੇ ਸਿਰ ਲੈ ਕੇ। ਜੇ ਇਲੈਕਸ਼ਨ ਹੋਣੀ ਹੁੰਦੀ ਸਿੱਖਾਂ ਨੂੰ ਕਹਿੰਦੇ ਵੋਟਾਂ ਪਾਓ ਵੀ 5 ਪਿਆਰੇ ਬਣਾਉਣੇ ਐ, ਫਸ ਜਾਣੀ ਸੀ ਨਾ ਉੱਥੇ ਹੀ ਖੇਡ ਸਾਰੀ। ਮਹਾਰਾਜ ਸਿਲੈਕਸ਼ਨ ਕਰਦੇ ਆਏ ਵੀ ਆਓ ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਆ ਹੈ ਸਿਲੈਕਸ਼ਨ ਦਾ ਢੰਗ। ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਘਰ ਸਿਲੈਕਸ਼ਨ ਦੀ ਮਰਿਆਦਾ ਹੈ, ਇਲੈਕਸ਼ਨ ਦੀ ਨਹੀਂ। ਜਦੋਂ ਚੱਲੀ ਜੁਦੇ ਜੁਦੇ ਹੋ ਗਏ, ਗੁਰੂ ਦੇ ਸਰੂਪ ਗੁਰੂ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਸ਼ਬਦ ਲੜੀਵਾਰ ਤੋਂ ਪਦ ਛੇਦ ਕਰਤੇ, ਉਦੋਂ ਦੇ ਜੁਦੇ ਜੁਦੇ ਹੋ ਗਏ। 7ਵੇਂ ਪਾਤਸ਼ਾਹ ਕਹਿੰਦੇ ਫਸ ਗਏ ਨੇ।
ਗੁਰੂ ਨਾਨਕ ਦੇਵ ਸਾਹਿਬ ਦਾ ਉਪਦੇਸ਼ ਭੁੱਲ ਗਏ ਨੇ। ਆਪੋ ਧਾਪ ਪੈ ਗਈ ਹੈ। ਧਨ ਦਾ ਹੀ ਲੋਭ ਹੈ ਹਰ ਇੱਕ ਨੂੰ, ਮੁੱਖ ਬਸ ਪੈਸੇ ਚਾਹੀਦੇ ਹਨ। ਪਾਖੰਡਨ ਕੀ ਪੂਜ ਕਰੇ ਹੈ। ਬਸ ਪਖੰਡਾਂ ਦੀ ਪੂਜਾ ਕਰਦੇ, ਵਿਖਾਵੇ ਦੇ ਸਿੱਖ ਨੇ। ਪਖੰਡ ਕੀ ਹੁੰਦਾ ਏ ਵੀ ਵਿਖਾਵਾ ਪੂਰਾ ਕਰਨਾ ਏ, ਪਰ ਹੋਣਾ ਪੱਲੇ ਕੁਝ ਨਹੀਂ। ਇਹ ਸਾਡੀ ਹਾਲਤ ਦੱਸ ਰਹੇ ਨੇ। ਪਾਚੇ ਪਾਚੇ ਗੁਰੂ ਕਹਾਵੇ। ਕੱਚੇ ਪਿੱਲੇ ਬਣ ਕੇ ਗੁਰੂ ਬਣ ਗਏ। ਹਰ ਕੋਈ ਕਹਿੰਦਾ ਬਸ ਮੈਂ ਹੀ ਸਿਆਣਾ ਹਾਂ। ਗੁਰੂ ਪਦਵੀ ਜਿਹੜੀ ਆ, ਜਿਵੇਂ ਸਤਿਗੁਰਾਂ ਦੇ ਵੇਲੇ ਮਸੰਦ ਗੁਰੂ ਬਣ ਕੇ ਬਹਿਣ ਲੱਗ ਪਏ, ਆ ਕੱਚੇ ਪਿੱਲੇ ਇੱਥੇ ਵੀ ਆ ਕੇ ਸੋਢੀਆਂ ਦੇ ਵਿੱਚੋਂ ਕੁਝ ਬੈਠੇ, ਕੁਝ ਤਾਂ ਮਸੰਦ ਬਣ ਕੇ ਬਹਿ ਗਏ ਜਿੰਦੀ ਜਾਣ ਪਛਾਣ ਜ਼ਿਆਦੀ ਸੀ ਮਸੰਦ ਵਰਗੇ। ਉਹ ਵੀ ਕਹਿੰਦੇ ਵੀ ਅਸੀਂ ਘੱਟ ਹੈ, ਗੁਰੂ ਸਾਡੇ ਕਰਕੇ ਹੀ ਹੈ। ਕੱਚੇ ਪਿੱਲੇ ਗੁਰੂ ਬਣ ਬਹਿ ਗਏ। ਹੁਣ ਕੀ ਫਰਕ ਪਾ ਲਿਆ ਵੀ ਜੇ ਗੁਰੂ ਲਿਖਾਉਣ ਨਾਲ ਪਤਾ ਹੈ ਵੀ ਸਿੱਖ ਇਤਰਾਜ਼ ਕਰਦੇ ਆ, ਉਹ ਹੋਰ ਕੁਝ ਨਾਂ ਦੇ ਅੱਗੇ ਲਿਖਾ ਲੈਂਦੇ ਆ, ਪਰ ਪ੍ਰਯੋਜਨ ਉਹੀ ਹੈ ਪਖੰਡ ਕਰਨ ਦਾ। ਜਦੋਂ ਲੱਗਦਾ ਹੈ ਵੀ ਸੰਤ ਕਹਿਣ ਦੇ ਨਾਲ ਸੰਗਤ ਪੂਜੇਗੀ, ਉਦੋਂ ਸੰਤ ਲਿਖਾ ਲੈਂਦੇ ਆ। ਜਦੋਂ ਲੱਗਦਾ ਹੈ ਵੀ ਹੁਣ ਭਾਈਆਂ ਦਾ ਜ਼ਮਾਨਾ ਆਇਆ, ਭਾਈ ਲਿਖਾ ਲੈਂਦੇ ਆ। ਪ੍ਰਯੋਜਨ ਪਿੱਛੇ ਕੀ ਹੈ, ਸਵਾਰਥ ਕੀ ਹੈ। ਜਿਹੜਾ ਪਖੰਡੀ ਹੁੰਦਾ ਏ ਉਹ ਹਮੇਸ਼ਾ ਉਹੋ ਜਿਹਾ ਭੇਖ ਪਾ ਲੈਂਦਾ ਜਿੱਦਾਂ ਜਿਹੋ ਜਿਹਾ ਮੌਸਮ ਹੋਵੇ ਉਹੋ ਜਿਹੇ ਕੱਪੜੇ ਪਾਈਦੇ ਆ ਨਾ, ਮੌਸਮ ਦੇ ਮੁਤਾਬਕ। ਗਰਮੀ ਸਰਦੀ ਮਿੱਠੀ ਰੁੱਤ, ਕੱਪੜਿਆਂ ਦਾ ਅਸੀਂ ਉਸ ਹਿਸਾਬ ਨਾਲ ਚੁਣਾਵ ਕਰਦੇ ਹਾਂ ਵੀ ਹੁਣ ਇਹੋ ਜਿਹੇ ਕੱਪੜੇ ਚਾਹੀਦੇ। ਬਸ ਇਸੇ ਤਰ੍ਹਾਂ ਜਿਹੋ ਜਿਹੇ ਮਾਹੌਲ ਬਣਿਆ ਹੋਵੇ ਵੀ ਲੋਕ ਫਸਦੇ ਆ। ਕਿਉਂਕਿ ਜਿਵੇਂ ਇੱਕ ਆਮ ਹੀ ਕਹਾਵਤ ਹੈ, ਕਹਿੰਦੇ ਰੋਟੀ ਖਾਈਏ ਸ਼ੱਕਰ ਸੇ, ਦੁਨੀਆ ਲੁੱਟੀਏ ਮਕਰ ਸੇ। ਦੁਨੀਆ ਮਕਾਰੀ ਨਾਲ ਲੁੱਟੀ ਜਾਂਦੀ ਹੈ, ਲੋਕ ਪਿੱਛੇ ਲੱਗ ਜਾਂਦੇ ਜੇ ਕੋਈ ਮਕਾਰੀ ਦਾ ਕੋਈ ਭਰਮ ਭੁਲੇਖੇ ਦਾ ਕਾਰਜ ਕਰੇ ਤਾਂ। ਤੇ ਇਸ ਤਰ੍ਹਾਂ ਸਤਵੇਂ ਪਾਤਸ਼ਾਹ ਕਹਿ ਰਹੇ ਵੀ ਕੱਚੇ ਪਿੱਲੇ ਮੁਖੀ ਬਣ ਕੇ ਬੈਠ ਗਏ ਆ। ਕੋਈ ਗੁਰੂ ਹੀ ਕਹਾਉਣ ਲੱਗ ਪਿਆ ਆਪਣੇ ਨੂੰ। ਕੱਚੇ ਪਿੱਲੇ ਤਾਂ ਕਿਹਾ ਏ ਵੀ ਕੱਚ ਨਾਲੋਂ ਵੀ ਮਾੜੇ ਜਿਨ੍ਹਾਂ ਦੇ ਜੀਵਨ ਨੇ, ਡਿੱਗਣ ਲੱਗਿਆਂ ਪਤਾ ਹੀ ਨਹੀਂ ਵੀ ਕਦੋਂ ਗੰਦਗੀ ਦੇ ਡਿੱਗ ਪੈਂਦੇ, ਕਦੋਂ ਆਪਣੇ ਜੀਵਨ ਤੋਂ ਟੁੱਟ ਜਾਂਦੇ ਆ। ਉਹ ਤਾਂ ਮੁਖੀ ਬਣੇ ਬੈਠੇ ਇੱਥੇ। ਨਾਨਕ ਸਿੱਧ ਜਗ ਮੈਂ ਦਿਖਰਾਵੇ। ਅਤੇ ਜੇ ਕੋਈ ਸ਼ਕਤੀ ਆ ਗਈ ਆ ਥੋੜੀ ਜੀ, ਉਹ ਵੀ ਜਰ ਨਹੀਂ ਹੁੰਦੀ। ਜਗਤ ਨੂੰ ਵਿਖਾਉਂਦੇ ਆ, ਲੋਕਾਂ ਨੂੰ ਦੱਸਦੇ ਆ, ਵੱਡੇ ਵੱਡੇ ਬੋਰਡ ਤਖਤੇ ਲਾ ਦਿੰਦੇ ਆ ਵੀ ਸਾਡੇ ਕੋਲ ਆ ਤੇ ਅਸੀਂ ਇੱਦਾਂ ਕਰ ਸਕਦੇ ਹਾਂ। ਇਹ ਇਸ ਤਰ੍ਹਾਂ ਦਾ ਪਖੰਡ ਕਰਦੇ ਹਨ, ਲੋਕਾਂ ਨੂੰ ਵਿਖਾਉਂਦੇ ਨੇ। ਕਾਚੀ ਮਤ ਕੇ ਹੋਏ ਤਿਨ ਪਾਛੇ। ਫਿਰ ਸਤਵੇਂ ਪਾਤਸ਼ਾਹ ਕਹਿੰਦੇ ਜਿਹੜੇ ਕੱਚੀ ਮੱਤ ਦੇ ਲੋਕ ਨੇ ਨਾ, ਜਿਹੜੇ ਸਿੱਖ ਵੀ ਚੰਗੀ ਅਕਲ ਨਹੀਂ ਰੱਖਦੇ, ਜਿਨ੍ਹਾਂ ਨੂੰ ਗੁਰੂ ਦੀ ਬਾਣੀ ਦੇ ਸਿਧਾਂਤ ਦਾ ਨਹੀਂ ਪਤਾ, ਕੱਚੇ ਪਖੰਡੀ ਲੋਕ ਜਿਹੜੇ ਹਨ ਉਹਨਾਂ ਦੇ ਪਿੱਛੇ ਉਹ ਲੱਗ ਜਾਂਦੇ ਨੇ, ਭੇਡਾਂ ਹੀ ਬਣ ਜਾਂਦੇ ਹਨ। ਕਿਉਂਕਿ ਜਗਤ ਕੀ ਭੇਡਾਂ ਚਾਲ ਚਲਤੇ ਕੇ ਪੀਛੇ ਚੱਲੇ, ਪਰਮਾਰਥ ਨਾ ਪਛਾਣੇ ਦੇਖੋ ਜਗਤ ਕੀ ਮੂੜਤਾ। ਇੱਕ ਭੇਡ ਕਤਾਰ ਚੋਂ ਜਿਹਨੂੰ ਹੋ ਜੇ, ਬਾਕੀਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਕਿਉਂ ਹੋਈ ਹੈ, ਪਰ ਪਿੱਛੇ ਚੱਲਦੀਆਂ ਨੇ ਉਸੇ ਤਰ੍ਹਾਂ। ਐਵੇਂ ਹੀ ਜਗਤ ਦੀ ਮਰਿਆਦਾ ਹੈ ਵੀ ਜਿਹੜਾ ਪਖੰਡ ਜਿਹਾ ਕਰਕੇ ਵਿਖਾਵੇ, ਉਹਦੇ ਮਗਰ ਬਿਨਾਂ ਸਮਝੇ ਹੀ ਲੋਕ ਤੁਰੇ ਜਾ ਰਹੇ ਨੇ। ਚੱਲੇ ਕੋ ਮਗ ਨਹਿ ਪ੍ਰਾਪਤ ਆਸੇ। ਕੋ ਮਗ ਖੋਟੇ ਰਾਹ ਦੇ ਚੱਲ ਰਹੇ ਨੇ। ਸਤਵੇਂ ਪਾਤਸ਼ਾਹ ਕਹਿੰਦੇ ਭੈੜੇ ਹੀ ਪਾਸੇ ਪਏ ਨੇ। ਅਖਵਾਉਂਦੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੀ ਨੇ, ਪਰ ਮਾੜਿਆਂ ਰਾਹਾਂ ਦੇ ਚੱਲ ਪਏ ਹਨ। ਦੱਸੋ ਅੱਛੀ ਬਾਤ, ਭਲੇ ਦੀ ਗੱਲ ਇਹਨਾਂ ਨੂੰ ਕਿਵੇਂ ਪ੍ਰਾਪਤ ਹੋਵੇ, ਭਲਾ ਇਹਨਾਂ ਦਾ ਕਿਵੇਂ ਹੋਵੇਗਾ। ਸਤ ਮਤ ਤਿਆਗ ਹੈ ਤਹ ਅਨੁਰਾਗ ਹੈ। ਹਾਂ, ਜਿਹੜਾ ਸੱਚਾ ਮਤ ਸੀ ਗੁਰੂ ਦਾ ਬਚਨ, ਉਹਨੂੰ ਤਿਆਗ ਕਰਕੇ ਤਹ ਅਨੁਰਾਗ ਹੈ, ਤੇ ਪੁੱਠਿਆਂ ਪਾਸੇ ਪੁੱਠੀਆਂ ਗੱਲਾਂ ਦੇ ਵਿੱਚ ਪ੍ਰੇਮ ਕਰਦੇ ਹਨ। ਉਹਨਾਂ ਚੀਜ਼ਾਂ ਦੇ ਅੱਗੇ ਝੁਕਦੇ ਨੇ, ਗੁਰੂ ਦੀ ਮੱਤ ਛੱਡ ਕੇ ਤੇ ਹੋਰ ਪਖੰਡੀਆਂ ਦੀ ਕੱਚਿਆਂ ਦੀ ਮੱਤ ਦੇ ਨਾਲ ਪਿਆਰ ਕਰਦੇ ਨੇ। ਗੁਰੂ ਦੀ ਬਾਣੀ ਛੱਡ ਕੇ ਜਿਹੜੇ ਕੱਚੇ ਪੱਲੇ ਜੇ ਚਮਟੇ ਖੜਕਾ ਕੇ ਧਾਰਨਾ ਪੜ੍ਹਦੇ, ਉਹਨਾਂ ਨੂੰ ਲੋਕ ਜ਼ਿਆਦਾ ਚੰਗਾ ਸਮਝਦੇ ਨੇ। ਗੁਰਬਾਣੀ ਦੇ ਨਾਲ ਪ੍ਰੇਮ ਕੋਈ ਰੱਖਦਾ, ਪੱਕੇ ਰਾਗਾਂ ਨੂੰ ਛੱਡ ਕੇ ਕੱਚੇ ਗਾਣਿਆਂ ਦੀਆਂ ਧਾਰਨਾ ਤੇ ਸ਼ਬਦ ਪੜ੍ਹਨਾ ਚੰਗਾ ਕਰਦੇ ਨੇ, ਉਹਨੂੰ ਹੀ ਚੰਗਾ ਮੰਨਦੇ ਨੇ। ਐਸੀ ਤਾਂ ਕੱਚੀ ਮੱਤ ਹੈ ਇਹਨਾਂ ਸਿੱਖਾਂ ਦੀ। ਕਾਚੇ ਕੀ ਸੰਗਤ ਮਹਿ ਲਾਗੇ ਹੈ। ਕੱਚਿਆਂ ਦੀ ਜੀਵਨ ਦੇ ਵਿੱਚ ਜਿਨ੍ਹਾਂ ਦੇ ਕੋਈ ਪਕਿਆਈ ਨਹੀਂ ਹੈ, ਕੋਈ ਸਟੈਂਡ ਨਹੀਂ ਹੈ, ਕੋਈ ਗੁਰਮਤ ਨਹੀਂ ਹੈ, ਕੋਈ ਗੁਰੂ ਦਾ ਬਚਨ ਨਹੀਂ ਦਿਲ 'ਚ ਵਸਿਆ। ਬਸ ਜਿਹੜੇ ਬਰਸਾਤੀ ਡੱਡੂ ਦੀ ਨਿਆਈ, ਬਰਸਾਤੀ ਸਾਧ ਸੰਗਤ ਹੋਰ ਪਤੰਗਿਆਂ ਦੀ ਨਿਆਈ ਹਨ,
ਉਸੇ ਪ੍ਰਕਾਰ ਕੱਚਿਆਂ ਦੇ ਪਿੱਛੇ ਲੱਗੇ ਨੇ। ਗੁਰੂ ਹਰਿ ਸਾਹਿਬ ਕਹਿੰਦੇ ਸਿੱਖ ਅਜ ਕਰ ਭਗਤ ਕੋ ਮਾਰਗ ਚਲੇ। ਹਾਂ, ਇਸ ਤਰ੍ਹਾਂ ਤਜ ਕਰ ਭਗਤੀ ਕਰਨੀ ਸੀ ਉਹ ਤਾਂ ਛੱਡਤੀ ਹੈ। ਕੁਮਾਰਗ ਹੋਰ ਹੀ ਪੁੱਠੇ ਜੇ ਰਾਹਾਂ ਤੇ ਚੱਲ ਪਏ ਨੇ। ਭਗਤੀ ਦੀ ਨਿੰਦਾ ਕਰਨ ਵਾਲੀ ਗੱਲ, ਸੇਵਾ ਸਿਮਰਨ ਇਹਦੀ ਨਿੰਦਾ ਕਰਨ ਵਾਲੀ ਗੱਲ ਆ। ਸੇਵਾ ਦੀ ਕੀ ਲੋੜ ਸੀ? ਇੱਥੇ ਆ ਕਿਉਂ ਬਣਾਉਣਾ ਸੀ? ਆਕਾਰ ਸੇਵਾ ਦੀ ਕੀ ਲੋੜ ਹੈ? ਆ ਭਗਤੀ ਕਰਨ ਦੀ ਕੀ ਲੋੜ ਹੈ? ਨਾਮ ਜਪਣ ਦੀ ਕੀ ਲੋੜ ਹੈ? ਇਹੋ ਜਿਹੀਆਂ ਭੈੜੀਆਂ ਗੱਲਾਂ ਕਰਨ ਵਿੱਚ ਲੱਗ ਗਏ ਹਨ। ਇਸ ਪ੍ਰਕਾਰ ਪ੍ਰਾਪਤ ਹੋਏ ਭਲੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਕਰ ਰਹੇ ਨੇ, ਤੇ ਦੱਸੋ ਵੀ ਇਹਨਾਂ ਨੂੰ ਭਲਾ ਕਿਵੇਂ ਇਹਨਾਂ ਦਾ ਹੋਵੇ? ਇਹਨਾਂ ਦੀ ਭਲਾਈ ਕਿਵੇਂ ਹੋ ਸਕਦੀ ਹੈ? ਇਹ ਭਲੇ ਢੰਗ ਨਾਲ ਵਾਹਿਗੁਰੂ ਨਾਲ ਪ੍ਰਾਪਤ ਕਿਵੇਂ ਹੋ ਸਕਦੇ ਨੇ? ਜਿਸ ਤੇ ਮੰਤਰ ਕਰਹਿ ਮੁਖ ਜਾਪ। ਫਿਰ ਜਿਸ ਕੇ ਕੋਈ ਗੁਰਮੁਖ ਪਿਆਰੇ ਕੋ ਲੈ ਕੇ ਗੁਰਬਾਣੀ ਦੇ ਮੰਤਰ ਦਾ ਜਾਪ ਅਭਿਆਸ ਕਰਦੇ ਹਨ। ਪੁਨ ਨਿੰਦਹਿ ਤਿਨ ਮੂਰਖ ਆਪ। ਤੇ ਮੂਰਖ ਉਹਨਾਂ ਦੀ ਫਿਰ ਨਿੰਦਾ ਕਰੀ ਜਾਂਦੇ ਨੇ। ਜਿਹਨੂੰ ਕੋਈ ਧਰਮ ਦੀ ਪਹਿਲਾਂ ਗੱਲ ਪੁੱਛ ਲੈਣਗੇ, ਫਿਰ ਉਹਦੀ ਹੀ ਚਾਰ ਜਾਣਿਆਂ 'ਚ ਖੜ ਨਿੰਦਾ ਕਰਦੇ ਐ। ਗੁਰੂ ਸਾਹਿਬ ਦੀ ਬਾਣੀ ਜੋ ਗੁਰਸਿੱਖਾਂ ਕੋਲ ਲੈ ਕੇ ਜਾਂ ਗੁਰੂ ਦਾ ਸ਼ਬਦ ਜਿਹੜਾ ਕੋਈ ਦੱਸ ਦਵੇ, ਸਿਖਾ ਦਵੇ, ਫਿਰ ਉਸੇ ਨੂੰ ਮਾੜਾ ਚੰਗਾ ਕਹਿੰਦੇ ਹਨ। ਇਦਾਂ ਦੇ ਤਾਂ ਭੰਵਰ 'ਚ ਮਹਾਰਾਜ ਕਹਿੰਦੇ ਫਸੇ ਨੇ। ਇਮ ਜਹਾਜ ਭੌਰੀ ਭਰ ਫੂਟਿਓ। ਇਸ ਤਰ੍ਹਾਂ ਇਹ ਗੁਰਸਿੱਖੋ, ਇਹ ਸਿੱਖੀ ਦਾ ਜਹਾਜ਼ ਜਿਹੜਾ ਹੈ ਇਹ ਭੌਰੀ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਪੈ ਕੇ ਫੁੱਟ ਗਿਆ ਹੈ। ਜਦੋਂ ਜਦੋਂ ਭਾ ਜਬ ਹੋ ਟੂਟਿਓ। ਕਹਿੰਦੇ ਵੀ ਜੁਦੇ ਹੋ ਗਿਆ, ਜਦੋਂ ਹੀ ਟੁੱਟ ਗਿਆ, ਜਦੋਂ ਹੀ ਸਾਰੋ ਆਪੋ ਆਪਣੀ ਮੱਤ ਸਿਆਣਪ ਵੱਲ ਚੱਲ ਪਏ। ਸੁਣ ਗੁਰ ਬਾਕ ਸਿੱਖ ਬਿਸਮਾਏ। ਗੁਰੂ ਸਾਹਿਬ ਦਾ ਬਚਨ ਸੁਣ ਕੇ ਸਾਰੇ ਸਿੱਖ ਅਚਰਜ ਹੈਰਾਨ ਹੋ ਗਏ। ਕਿੰਨਕ ਕਾਲ ਤਰ ਮੋਨ ਬਤਾਏ। ਕਿੰਨਾ ਸਮਾਂ ਚੁੱਪ ਹੀ ਰਹੇ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ੀ ਲੈਣ ਸਾਨੂੰ। ਸਤਿਗੁਰੂ ਕਿਰਪਾ ਹੀ ਕਰਨੇ ਨੇ। ਚੁੱਪ ਰਹਿ ਕੇ ਕੁਝ ਸਮਾਂ ਬਤੀਤ ਹੋਇਆ। ਬਹੁਰ ਸਮਝ ਕਰ ਗੁਰ ਪ੍ਰਤਾਪ। ਫਿਰ ਗੁਰੂ ਸਾਹਿਬ ਦੇ ਤੇਜ ਪ੍ਰਤਾਪ ਨੂੰ ਸਮਝ ਕੇ ਵੀ ਮਹਾਰਾਜ ਸਾਹਿਬ ਜੀ ਨੇ ਜੋ ਬਚਨ ਕਹੇ ਨੇ ਇਹ ਗੁਰੂ ਦੇ ਪ੍ਰਤਾਪ ਦੇ ਸਹੀ ਬਚਨ ਹਨ। ਬੋਲੀ ਸੰਗਤ ਸੋਰ ਸੰਤਾਪ। ਆ ਜਿਹੜਾ ਦੁੱਖ ਜਿਹਾ ਲੱਗਾ ਸੀ, ਜਿਹੜੇ ਘਾਬਰੇ ਜੇ ਸੀ ਵੀ ਗੁਰੂ ਸਾਹਿਬ ਤਾਂ ਬਹੁਤ ਹੀ ਗਰਮ ਹਨ ਅੱਜ ਸਾਡੇ ਸੰਗਤਾਂ ਤੇ, ਤਾਂ ਹੱਥ ਜੋੜ ਕੇ ਸਿੱਖ ਕਹਿਣ ਲੱਗੇ, ਸ੍ਰੀ ਪ੍ਰਭ ਤੁਮਹੁ ਬਖਸ਼ਣ ਹਾਰੇ। ਇਹ ਮਹਾਰਾਜ ਵਾਕਿਆ ਹੀ ਇਦਾਂ ਅਸੀਂ ਭੁੱਲ ਗਏ ਆ, ਸਾਰੇ ਜੁਦੇ ਹੋਏ ਫਿਰਦੇ ਐ, ਪਰ ਫਿਰ ਵੀ ਹੱਲ ਤਾਂ ਹੈ ਹੀ ਆ, ਤੁਸੀਂ ਬਖਸ਼ਣਹਾਰ ਤੋਂ ਹੋ। ਮਹਾਰਾਜ ਅਸੀਂ ਪਾਪੀ ਜੀਵ ਐ, ਅਸੀਂ ਪਤਤ ਹੈ, ਪਰ ਤੁਸੀਂ ਤਾਂ ਪਾਵਨ ਕਰਨ ਵਾਲੇ ਹੋ ਨਾ, ਤੁਸੀਂ ਤਾਂ ਬਖਸ਼ਿੰਦੋ ਬਖਸ਼ਣਹਾਰ ਹੋ। ਹਾਂ ਪਾਪੀ ਤੂੰ ਬਖਸ਼ਣਹਾਰ, ਤੁਸੀਂ ਪਾਤਸ਼ਾਹ ਬਖਸ਼ ਲੈਣ ਵਾਲੇ ਹੋ। ਭਵ ਜਲ ਦੇ ਵਿੱਚ ਸਿੱਖ ਉਦਾਰੇ। ਮਹਾਰਾਜ ਆਪਣੇ ਸਿੱਖਾਂ ਨੂੰ ਸੰਸਾਰ ਸਮੁੰਦਰ 'ਚ ਡੁੱਬਦਿਆਂ ਨੂੰ ਤੁਸੀਂ ਤਾਰ ਲੈਂਦੇ ਹੋ, ਤਾਰਦੇ ਹੋ। ਬਾਡਕ ਸੂਤ ਸੰਗਤ ਮੈਂ ਭਇਓ। ਆ ਜੋ ਤੁਸੀਂ ਬਚਨ ਕੀਤਾ ਹੈ ਕਿ ਸਿੱਖੀ ਜਹਾਜ਼ ਫੁੱਟ ਗਿਆ, ਸਭ ਡੁੱਬ ਰਹੇ ਨੇ, ਇਹ ਬਚਨ ਸੁਣ ਕੇ ਸੰਗਤ ਵਿੱਚ ਬੜਾ ਕਸੂਤ, ਬਹੁਤਾ ਹੀ ਦੁੱਖ ਦਾ ਸਮਾਂ ਬਣਿਆ, ਬੜੇ ਦੁਖੀ ਕਸ਼ਟ ਦੇ ਵਿੱਚ ਆ ਗਏ ਹਨ। ਸ੍ਰੀ ਮੁਖ ਤੇ ਜੋ ਸੁਨਾਵਨ ਕੀਓ। ਜੋ ਤੁਸੀਂ ਆਪਣੇ ਸ੍ਰੀ ਸ਼੍ਰੋਮਣੀ ਮੁਖਾਰਬਿੰਦ ਤੋਂ ਮਹਾਰਾਜ ਸਾਨੂੰ ਇਹ ਬਚਨ ਸੁਣਾਇਆ ਹੈ। ਨਿਜ ਜਹਾਜ ਕਬ ਮੇਲੋ ਇਹ ਹੈ। ਪਾਤਸ਼ਾਹ ਜੇ ਇਹ ਜਹਾਜ਼ ਜੁਦੇ ਹੋਇਆ ਤਾਂ ਇਹ ਬਖਸ਼ਿਸ਼ ਕਰਕੇ ਦੱਸੋ ਵੀ ਆਪਣੇ ਸਿੱਖੀ ਪੰਥ ਦੇ ਜਹਾਜ਼ ਨੂੰ ਇੱਕ ਥਾਂ ਤੇ ਕਦੋਂ ਮੇਲੋਗੇ, ਕਦੋਂ ਇਕੱਠਿਆਂ ਕਰੋਗੇ। ਜਦੋਂ ਕਹਿ ਇਸ ਵਿਦਰ ਹੈ। ਆ ਜਿਹੜੇ ਜੁਦਾ ਹਨ ਇਹਨਾਂ ਨੂੰ ਮਹਾਰਾਜ ਕਦੋਂ ਤੁਸੀਂ ਜੋੜੋਗੇ, ਤੇ ਜਾਂ ਫਿਰ ਇਹ ਇਸੇ ਤਰ੍ਹਾਂ ਹੁਣ ਜੁਦਾ ਹੀ ਰਹਿਣਗੇ, ਇਸੇ ਤਰ੍ਹਾਂ ਰਹਿਣਗੇ ਜਿਵੇਂ ਤੁਸੀਂ ਕਿਹਾ ਵੀ ਸਭ ਆਪੋ ਧਾਪ ਪਈ ਹੋਈ ਹੈ, ਆਪੋ ਵਿੱਚ ਹੀ ਪਾਟੇ ਪਏ ਹਨ। ਤੁਮਰੋ ਨਾਮ ਲਾਜ ਤੁਮਹੀ ਕੋ। ਪਾਤਸ਼ਾਹ ਜੀ ਜੋ ਤੁਹਾਡਾ ਨਾਮ ਹੈ ਉਹ ਤੁਹਾਡੇ ਨਾਮ ਦੀ ਲੱਜਿਆ ਵੀ ਤੇ ਤੁਹਾਨੂੰ ਹੀ ਹੈ ਨਾ, ਸਿੱਖ ਤਾਂ ਤੁਹਾਡੇ ਹੀ ਕਹਾਉਂਦੇ ਨੇ ਸਾਰੇ। ਕਰੋ ਕਹਿੰਦਾ ਹੈ ਸੰਗਤ ਕੋ ਨੀਕੋ। ਪਾਤਸ਼ਾਹ ਜਿਹੜੀ ਇਹ ਸੰਗਤ ਤੁਸੀਂ ਕਹਿੰਦੇ ਵੀ ਵਿਗੜ ਚੁੱਕੀ ਹੈ, ਗੁਰੂ ਸਾਹਿਬ ਦੇ ਸਿਧਾਂਤ ਤੋਂ ਭੁੱਲ ਗਏ, ਇਹਨਾਂ ਨੂੰ ਨੀਕੋ ਚੰਗੇ, ਇਹਨਾਂ ਨੂੰ ਮਹਾਰਾਜ ਅੱਛੇ ਬਣਾਓਗੇ ਜਾਂ ਇਸੇ ਤਰ੍ਹਾਂ ਰਹਿਣਗੇ ਖਰਾਬ ਹੀ। ਭਗਤ ਖਜ਼ਾਨੇ ਬਖਸ਼ੋ ਸਦਾ। ਕਿਉਂਕਿ ਆਪ ਸਿੱਖਾਂ ਨੂੰ ਭਗਤੀ ਦੇ ਖਜ਼ਾਨੇ ਹੀ ਸਦਾ ਬਖਸ਼ਦੇ ਆਏ ਹੋ। ਕਈ ਬਹੋਰਤ ਹੋ ਜਦ
ਕਦਾ ਜਿਹੜੀ ਉਮਰ ਪਹਿਲਾਂ ਵਿਅਰਥ ਲੰਘ ਗਈ ਹੈ ਜਦ ਕਦਾ ਮਹਾਰਾਜ ਉਹ ਗਈ ਬਹੋਰ ਬੰਦੀ ਛੋੜ, ਉਹ ਤਾਂ ਗਈ ਹੋਈ ਵੀ ਜਿਹੜੀ ਆ ਉਹਨੂੰ ਤੁਸੀਂ ਵਾਪਸ ਲੈ ਆਉਣ ਵਾਲੇ, ਭਾਵ ਕੇ ਨਾਮ ਭਗਤੀ ਦਾ ਦਾਤ ਬਖਸ਼ ਕੇ ਪਿਛਲਾ ਜੀਵਨ ਜਿਹੜਾ ਐਵੇਂ ਹੀ ਚਲਾ ਗਿਆ, ਉਹ ਵੀ ਸਿੱਖਾਂ ਦਾ ਜੀਵਨ ਤੁਸੀਂ ਸਵਾਰ ਦੇਣ ਵਾਲੇ ਹੋ। ਸਰਬ ਭਾਂਤ ਸਮਰੱਥ ਗੁਸਾਈ, ਇਹ ਜਗਤ ਦੇ ਮਾਲਕ ਗੁਰੂ ਹਰਿ ਸਾਹਿਬ ਤੁਸੀਂ ਹਰ ਤਰ੍ਹਾਂ ਕਰਕੇ ਸਮਰੱਥ ਹੋ, ਹਰ ਤਰ੍ਹਾਂ ਕਰਕੇ ਮਹਾਰਾਜ ਸਾਡੇ ਮਾਲਕ ਹੋ। ਕਾਰਨ ਕਰਨ ਸੋ ਅਦਕ ਬੜਾਈ, ਪਾਤਸ਼ਾਹ ਸਭ ਕਾਰਨਾਂ ਦੇ ਕਰਨ ਵਾਲੇ ਤੁਸੀਂ ਹੋਈ ਹੈ। ਜਿਹੜਾ ਵੀ ਕੋਈ ਸਬੱਬ ਜਿਹਾ ਬਣਦਾ ਹੈ, ਬਹਾਨਾ ਜਿਹਾ ਬਣਦਾ, ਉਹ ਬਹਾਨਾ ਰੂ ਵੀ ਆਪ ਹੀ ਹੋ ਤੇ ਬਹਾਨਾ ਬਣਾਉਣ ਵਾਲੇ ਵੀ ਆਪ ਹੀ ਹੋ। ਇਸੇ ਕਰਕੇ ਸੋ ਅਦਕ ਵਡਾਈ ਤੁਹਾਡੀ, ਅਦਕ ਤੋਂ ਅਦਕ ਵਡਿਆਈ ਮਹਾਨਤਾ ਹੈ। ਬੇਨਤੀ ਸੁਣ ਕੇ ਸ੍ਰੀ ਹਰਿ ਰਾਏ, ਸਿੱਖਾਂ ਦੀ ਬੇਨਤੀ ਜਦੋਂ ਗੁਰੂ ਹਰਿ ਸਾਹਿਬ ਜੀ ਨੇ ਸੁਣੀ ਹੈ ਤੇ ਸੁਣ ਕਰਕੇ ਬੋਲੇ ਸਭ ਕੋ ਬਾਕ ਸੁਣਾਈ, ਸਭ ਸੰਗਤ ਨੂੰ ਬਚਨ ਭਵਿੱਖ ਦੇ ਸੁਣਾਉਂਦਿਆਂ ਹੋਇਆਂ ਗੁਰੂ ਸਾਹਿਬ ਕੇਸਗੜ੍ਹ ਸਾਹਿਬ ਵਾਲੀ ਜੋ ਪਹਾੜੀ ਉਹਦੇ ਥੱਲੇ ਖਲੋਤੇ ਹੋਏ, ਉਧਰ ਨੂੰ ਮੁਖ ਕਰਕੇ ਸਤਵੇਂ ਪਾਤਸ਼ਾਹ ਕਹਿੰਦੇ ਤੱਕ ਸਮੋ ਪਰ ਹੈ ਇਸ ਰੋਰਾ, ਕਹਿੰਦੇ ਵੀ ਕੁਝ ਕੁ ਸਮੇਂ ਨੂੰ ਹੋਰ ਨੂੰ ਇਹੋ ਜਿਹਾ ਰੌਲਾ ਪੈ ਜੂ ਇੱਕ ਵਾਰਾਂ ਸਿੱਖਾਂ 'ਚ, ਵਿਗੜ ਜਾਏ ਸਭ ਠੋਰ ਹੈ ਠੋਰਾ, ਥਾਂ ਥਾਈਂ ਬੈਠੇ ਜਿਹੜੇ ਅਸੀਂ ਮੁਖੀ ਬਣਾਏ ਨੇ ਵਿਗੜ ਜਾਣਗੇ ਇੱਕ ਵਾਰਾਂ ਸਾਰੇ ਹੀ। ਆਦਮ ਸੰਤ ਸਿੱਖ ਬਿਰਮਾਏ, ਆਦਮ ਸੰਦਾਂ ਤੋਂ ਲੈ ਕੇ ਜਿਹੜੇ ਮੁਖੀ ਸਿੱਖ ਸਾਰੇ ਭਰਮ ਜਾਣਗੇ। ਨਰਬ ਲੋਭ ਕੇ ਬਸ ਪਰ ਜਾਏ, ਧਨ ਦੇ ਲੋਭ ਦੇ ਹੀ ਵਸ ਵਿੱਚ ਪੈ ਜਾਣਗੇ ਵੀ ਬਸ ਧਨ ਹੀ ਇਕੱਠਾ ਕਰ ਲੋ ਜਿਵੇਂ ਕਿਵੇਂ, ਹੋਰ ਤਾਂ ਕੋਈ ਗੱਲ ਨਹੀਂ ਰਹਿ ਜਾਏਗੀ ਸਿੱਖਾਂ 'ਚ। ਸੰਗਤ ਭੁੱਲੇ ਇਨ ਕੋ ਦੇਖ, ਤੇ ਇਹ ਮੁਖੀਆਂ ਨੂੰ ਵੇਖ ਕੇ ਸੰਗਤ ਵੀ ਮਹਾਰਾਜ ਕਹਿੰਦੇ ਆਪਣੇ ਅਸਲੀ ਰਾਹ ਤੋਂ ਭੁੱਲ ਜਾਵੇਗੀ, ਸੰਗਤ ਵੀ ਕੁਰਾਹੇ ਪੈ ਜਾਵੇਗੀ। ਨਿਜ ਨਿਜ ਮੈਂ ਹੰਕਾਰ ਵਸੀਸ, ਆਪੋ ਆਪਣੇ ਮਨ 'ਚ ਹੀ ਸਭ ਹੰਕਾਰ ਹੀ ਚੁੱਕੀ ਫਿਰਨਗੇ ਵੀ ਮੈਂ ਕਿਹੜਾ ਕਿਸੇ ਤੋਂ ਘੱਟ ਹਾਂ। ਤਬ ਦਸਮੋ ਮੈਂ ਧਰੋ ਸਰੀਰ, ਉਸ ਵੇਲੇ ਪਾਤਸ਼ਾਹ ਕਹਿੰਦੇ ਫਿਰ ਅਸੀਂ 10ਵਾਂ ਸਰੀਰ 10ਵਾਂ ਜਾਮਾ ਧਾਰਨ ਕਰਾਂਗੇ। ਉਹ ਮਸੰਦ ਵਿਗੜ ਗਏ ਸਨ ਗੁਰੂ ਸਾਹਿਬ ਵੇਲੇ, ਬਹੁਤ ਹੀ ਰੌਲਾ ਮਚ ਗਿਆ ਸੀ ਇੱਕ ਵਾਰ, ਉਹਦਾ ਇਸ਼ਾਰਾ ਕਰ ਰਹੇ ਨੇ ਵੀ ਜਦੋਂ ਅਸੀਂ ਫਿਰ 10ਵਾਂ ਸਰੀਰ ਧਾਰਾਂਗੇ, ਦੇਗ ਦੇਗ ਕੋ ਧਨੀ ਗਹੀਰ, ਦੇਗ ਵੀ ਪੂਰੀ, ਲੰਗਰ ਵੀ ਪੂਰਾ ਚਲਾਵਾਂਗੇ, ਤੇਗ ਸ਼ਸਤਰ ਵੀ ਪੂਰੇ ਵਾਹਾਂਗੇ, ਦੇਗ ਤੇਗ ਦੇ ਧਨੀ ਬਹੁਤ ਹੀ ਵੱਡੇ ਡੂੰਘੇ ਹੋਵਾਂਗੇ। ਦੁਸ਼ਟ ਪਖੰਡੀ ਕਰੋ ਨੇ ਵਿਨਾਸ਼, ਜਿਹੜੇ ਵੀ ਦੁਸ਼ਟ ਸੁਭਾਅ ਵਾਲੇ ਪਖੰਡ ਪਾਪ ਕਰਨ ਵਾਲੇ ਲੋਕ, ਉਹਨਾਂ ਦਾ ਨਾਸ਼ ਕਰ ਦਿਆਂਗੇ ਅਸੀਂ। ਸੰਤ ਮਹਾਤਮ ਹੋਏ ਪ੍ਰਕਾਸ਼, ਜਿਹੜੇ ਸੰਤ ਸਵਾਸ ਸਵਾਸ ਨਾਮ ਜਪਣ ਵਾਲੇ ਸਾਡੇ ਸਿੱਖ ਹੋਣਗੇ, ਉਹਨਾਂ ਦੇ ਮਹਾਤਮ ਨੂੰ, ਉਹਨਾਂ ਦੀ ਵਡਿਆਈ ਨੂੰ ਅਸੀਂ ਪ੍ਰਗਟ ਕਰਾਂਗੇ। ਇਹ ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਦਾ ਬਚਨ ਆਉਂਦਾ ਹੈ ਨਾ ਕਿ ਖੰਡ ਬਿਹੰਡੰ ਖਾਲਦਲ ਖੰਡੰ ਯਾਤਰਾਣ ਮੰਡੰ ਬਰ ਭੰਡੰ ਪੁਜ ਦਾੰਦੇ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਣੰ, ਸੰਤਾਂ ਨੂੰ ਸੁਖ ਦੇਣ ਲਈ ਦੁਰਮਤ ਹਰਣੰ ਕਿਲ ਬਿਖ, ਜਿਹੜੇ ਪਾਪ ਨੇ ਇਹਨਾਂ ਪਾਪਾਂ ਨੂੰ ਨਾਸ਼ ਕਰਨ ਵਾਸਤੇ ਸੁਖ ਸੰਤਾਂ ਕਰਣੰ ਕਿਲ ਬਿਖ ਹਰਣੰ, ਤੇ ਪਾਪਾਂ ਆਦਿਕ ਨੂੰ ਬਿਲਕੁਲ ਨਾਸ਼ ਕਰਨ ਦੇ ਵਾਸਤੇ ਭਜਨ ਬੰਦਗੀ ਦਾ ਪ੍ਰਕਾਸ਼ ਕਰਨ ਵਾਸਤੇ ਅਸੀਂ ਇਹ ਸ਼ਸਤਰ ਧਾਰਨ ਕੀਤੇ ਨੇ। ਇਹ 7ਵੇਂ ਪਾਤਸ਼ਾਹ ਭਵਿੱਖ ਦੇ ਉਹੀ ਬਚਨ ਕਰ ਰਹੇ ਨੇ ਵੀ ਸੰਤਾਂ ਨੂੰ ਉਭਾਰਾਂਗੇ ਅਸੀਂ, ਦੁਸ਼ਟਾਂ ਦਾ ਨਾਸ਼ ਕਰ ਦਿਆਂਗੇ। ਅਬ ਜਹਾਜ ਮੈਂ ਕਰੂੰ ਇਕੱਤਰ, ਤੇ ਫਿਰ ਅਸੀਂ ਇਹ ਸਿੱਖੀ ਦਾ ਜਹਾਜ਼ ਜਿਹੜਾ ਸਿੱਖੀ ਪੰਥ ਟੋਟੇ ਟੋਟੇ ਹੋਇਆ, ਇਹ ਇਕੱਤਰ ਕਰਾਂਗੇ ਅਸੀਂ। ਇਸ ਥਾਂ ਦੇ ਉੱਤੇ ਮਹਾਰਾਜ ਜੀ ਕਹਿੰਦੇ ਵੀ ਸਭ ਇਕੱਠੇ ਕਰ ਦਿਆਂਗੇ। ਪ੍ਰਗਟ ਹੋਏਗੋ ਪੰਥ ਪਵਿੱਤਰ, ਪਵਿੱਤਰ ਖਾਲਸਾ ਪੰਥ ਪ੍ਰਗਟ ਕਰਾਂਗੇ, ਸਭ ਅੰਮ੍ਰਿਤ ਛਕਾਵਾਂਗੇ, ਅੰਮ੍ਰਿਤ ਧਾਰੀ ਕਰਾਂਗੇ। ਉਧਰ ਦੇ ਭਵਿੱਖ ਵੱਲ ਦੇ ਬਚਨ ਹੋ ਰਹੇ ਨੇ। ਡਾਂਡ ਉਚਤ ਕੋ ਦੇ ਹੈ ਡਾਂਡ, ਜਿਹੜੇ ਸਜ਼ਾ ਦੇ ਯੋਗ ਹੋਣਗੇ ਉਹਨਾਂ ਨੂੰ ਬੜੀ ਭੈੜੀ ਸਜ਼ਾ ਦੇਵਾਂਗੇ। ਜਿਵੇਂ ਮਸੰਦਾਂ ਨੂੰ ਮਹਾਰਾਜ ਸਾਹਿਬ ਨੇ ਜਿਉਂਦਿਆਂ ਹੀ ਫਿਰ ਸਾੜਿਆ ਸੀ ਆਨੰਦਪੁਰ ਸਾਹਿਬ, ਖੂਹ ਵਿੱਚ ਸੁੱਟੇ ਸਨ, ਕੜਾਹਿਆਂ 'ਚ ਤਲੇ ਸਨ। 10ਵੇਂ ਪਾਤਸ਼ਾਹ ਨੇ ਪਾਪੀ ਸਭ ਖਤਮ ਕਰਤੇ।
ਇਵੇਂ ਸਤਿਗੁਰੂ ਕਹਿੰਦੇ ਜਿਹੜੇ ਦੰਡ ਦੇ ਦੇਣ ਯੋਗ ਹੋਣਗੇ ਉਹਨਾਂ ਨੂੰ ਦੰਡ ਦੇਾਂਗੇ, ਸਜ਼ਾ ਦੇਾਂਗੇ। ਜਾਣਦੇ ਸਤਿਗੁਰ ਏਕ ਅਖੰਡ। ਜਿਸ ਕਰਕੇ ਕੇਵਲ ਇੱਕ ਸਤਿਗੁਰੂ ਨੂੰ ਫਿਰ ਅਬਿਨਾਸੀ ਜਾਣਨਗੇ ਵੀ ਸਤਿਗੁਰੂ ਹੀ ਹੈ ਸੱਚੇ ਪਾਤਸ਼ਾਹ। ਗੁਰੂ ਤੋਂ ਬਗੈਰ ਹੋਰ ਫਿਰ ਕੋਈ ਹੰਕਾਰ ਨਹੀਂ ਕਰੇਗਾ। ਟੂਟੇ ਟੂਟੇ ਜੋ ਤਬ ਹੋਏ। ਜਿਹੜੇ ਟੁੱਟੇ ਫੁੱਟੇ ਜੇ ਹੋਣਗੇ ਇਧਰ ਉਧਰ ਵਿਖੜੇ ਹੋਏ ਉਸ ਵੇਲੇ ਇਸ ਜਹਾਜ਼ ਪਰ ਚੜ੍ਹ ਹੈ ਸੋਏ। ਉਹ ਸਾਰੇ ਖਾਲਸਾ ਪੰਥ ਰੂਪੀ ਜਹਾਜ਼ ਤੇ ਜਦੋਂ ਚੜ ਜਾਣਗੇ ਭਵ ਸਾਗਰ ਤੇ ਪਾਰ ਉਤਾਰੋ। ਸੰਸਾਰ ਸਮੁੰਦਰ ਤੋਂ ਸਾਰਿਆਂ ਨੂੰ ਅਸੀਂ ਪਾਰ ਕਰ ਦਿਆਂਗੇ। ਫਿਰ ਆਪਣੀ ਸੰਗਤ ਸਗਲ ਸੰਭਾਲ। ਤਦੋਂ ਆਪਣੀ ਸੰਗਤ ਦੀ ਸਾਰੀ ਦੀ ਸੰਭਾਲ ਕਰਾਂਗੇ, ਰੱਖਿਆ ਕਰਾਂਗੇ। ਭਗਤ ਇਕੰਗੀ ਭਜਨ ਆਧਾਰੇ। ਭਗਤ ਇਕੰਗੀ ਭਗਤੀ ਕਰਨਗੇ। ਫਿਰ ਥਾਂ ਥਾਂ ਤੇ ਇਹਨਾਂ ਨੂੰ ਜਾਣ ਦੀ ਲੋੜ ਨਹੀਂ। ਇੱਕ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ ਭਗਤੀ ਦੀ ਦਾਤ ਬਖਸ਼ਾਂਗੇ। ਵਾਹਿਗੁਰੂ ਦੇ ਭਜਨ ਦਾ ਹੀ ਆਧਾਰ ਆਸਰਾ ਸਿੱਖਾਂ ਨੂੰ ਦਿਆਂਗੇ। ਹੋਏ ਹੈ ਮੇਰੇ ਦਾਸ ਅਪਾਰੇ। ਇਸ ਤਰ੍ਹਾਂ ਦੇ ਮੇਰੇ ਬਹੁਤ ਹੀ ਅਪਾਰ ਬੇਅੰਤੀ ਦਾਸ ਹੋਣਗੇ ਜਿਹੜੇ ਸਿੱਖੀ ਜਹਾਜ਼ ਖਾਲਸਾ ਪੰਥ ਦੇ ਜਹਾਜ਼ ਚੜ੍ਹਨ ਕੇ ਤੇ ਇਕੰਗੀ ਭਗਤੀ ਅਬਿਨਾਸੀ ਜਾਣ ਕੇ ਗੁਰੂ ਨੂੰ ਤੇ ਗੁਰੂ ਦਾ ਬਚਨ ਮੰਨ ਕੇ ਪ੍ਰੇਮ ਨਾਲ ਪਰਮੇਸ਼ਰ ਦੀ ਬੰਦਗੀ ਕਰਕੇ ਬੰਦਗੀ ਦੇ ਆਸਰੇ ਜੀਵਨ ਜਿਉਣਗੇ। ਪਾਰ ਕਰ ਪੂਰ ਕਰਨ ਸਭ ਪਾਰ। ਇਵੇਂ ਪੂਰਾਂ ਦੇ ਪੂਰ ਭਰ ਕੇ ਅਸੀਂ ਪਾਰ ਕਰਾਂਗੇ। ਪੂਰ ਸਾਧ ਸੰਗਤ ਜਿਹੜਾ ਇੱਕ ਵਾਰਾਂ ਬੇੜੀ ਜਿੰਨੇ ਬੰਦਿਆਂ ਦੇ ਬਹਿਣ ਨਾਲ ਭਰ ਜਾਂਦੀ ਆ ਨਾ ਉਹਨੂੰ ਪੂਰ ਕਹਿੰਦੇ ਨੇ। ਤੇ ਦੂਜੇ ਪਾਸੇ ਉਹਨਾਂ ਨੂੰ ਉਤਾਰ ਕੇ ਫਿਰ ਉਰਲੇ ਪਾਸੇ ਵਾਲਿਆਂ ਨੂੰ ਲਿਜਾ ਕੇ ਦੂਜੇ ਪਾਸੇ ਤਾਰਨਾ, ਇਹਨੂੰ ਕਹਿੰਦੇ ਵੀ ਪੂਰਾਂ ਦੇ ਪੂਰ ਭਾਵ ਕੇ ਬੇਅੰਤੀ। ਸਾਹਿਬ ਕਹਿੰਦੇ ਪੂਰਾਂ ਦੇ ਪੂਰ ਭਰ ਕੇ ਬੇਅੰਤੀ ਸਿੱਖ ਸੰਗਤਾਂ ਦਾ ਅਸੀਂ ਭਲਾ ਕਰਾਂਗੇ। ਸਭ ਪਾਰ ਕਰ ਦਾਂਗੇ। ਇਹੋ ਜਿਹਾ ਖਾਲਸਾ ਪੰਥ ਪ੍ਰਗਟ ਹੋਵੇਗਾ ਉਦਾਰਤਾ ਵਾਲਾ। ਸਤਿਗੁਰ ਕੇ ਬਾਤ ਸੁਹਾਏ। ਸਤਿਗੁਰਾਂ ਦੇ ਸੋਹਣੇ ਆਪਣੇ ਅਨੁਕੂਲ ਬਚਨ ਸੁਣ ਕੇ ਸੰਗਤਾਂ ਨੇ ਵੀ ਇਹ ਸਾਡੇ ਭਲੇ ਦਾ ਬਚਨ ਗੁਰਾਂ ਨੇ ਕੀਤਾ ਹੈ। ਸੰਗਤ ਸੁਣਤ ਸਗਲ ਹਰਿ ਖਾਏ। ਸਾਰੀ ਸੰਗਤ ਸੁਣ ਕੇ ਖੁਸ਼ ਹੋ ਗਈ। ਜਿਹੜਾ ਪਹਿਲਾਂ ਡਰੇ ਸੀ ਹੁਣ ਉਹ ਸਾਰੇ ਖੁਸ਼ ਹੋ ਗਏ ਵੀ ਮਹਾਰਾਜ ਕਹਿੰਦੇ ਰੱਖ ਲਾਂਗੇ ਸਭ ਨੂੰ। ਧੰਨ ਧੰਨ ਸਤਿਗੁਰ ਗੁਣ ਖਾਨੀ। ਹੱਥ ਜੋੜ ਕੇ ਕਹਿੰਦੇ ਮਹਾਰਾਜ ਧੰਨ ਹੋ ਤੁਸੀਂ, ਧੰਨ ਹੋ ਪਾਤਸ਼ਾਹ ਗੁਣਾਂ ਦੀ ਖਾਨ ਹੋ ਆਪ। ਜਿਨ ਤੁਮ ਜਾਣੇ ਧੰਨ ਸੇ ਪ੍ਰਾਨੀ। ਤੇ ਜਿਨ੍ਹਾਂ ਨੇ ਆਪ ਜੀ ਨੂੰ ਜਾਣਦੇ ਆ ਵੀ ਸਤਿਗੁਰੂ ਸਾਡੇ ਪਰਮੇਸ਼ਰ ਦਾ ਰੂਪ ਨੇ ਉਹ ਪੁਰਾਣਾ ਧਾਰੀ ਜੀ ਵੀ ਧੰਨਤਾ ਸ਼ਲਾਘਾ ਯੋਗ ਨੇ। ਪਦ ਅਰਵਿੰਦ ਬਲੰਦ ਤੁਮਾਰੇ। ਸਤਿਗੁਰੂ ਜੀ ਆਪ ਜੀ ਦੇ ਕਮਲ ਵਰਗੇ ਚਰਨ ਬਹੁਤ ਹੀ ਬੁਲੰਦ ਬਹੁਤ ਹੀ ਭਲਾ ਕਰਨ ਵਾਲੇ ਹਨ। ਹਰਿ ਧਿਆਨ ਤਿਨ ਕਸ਼ਟ ਵਿਦਾਰੇ। ਜਿਹੜਾ ਸਿੱਖ ਆਪ ਦੇ ਚਰਨਾਂ ਦਾ ਧਿਆਨ ਧਾਰਦਾ ਉਹਦੇ ਦੁੱਖ ਕੱਟ ਦਿੰਦੇ ਹੋ। ਕਹਿ ਕਰੀ ਬੰਦਨਾ ਬਰਿੰਦ। ਇਸ ਤਰ੍ਹਾਂ ਮਹਾਰਾਜ ਸਾਹਿਬ ਅੱਗੇ ਕਹਿ ਕੇ ਬਰਿੰਦ ਸਮੂਹ ਸੰਗਤਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਗੁਰ ਬਰਿੰਦ ਬਲ ਸ੍ਰੀ ਗੋਬਿੰਦ। ਗੁਰ ਬੇਲੰਦ ਬਲ ਸ੍ਰੀ ਗੋਬਿੰਦ। ਗੁਰੂ ਸਾਹਿਬ ਜੀ ਬੜੇ ਬਲਵਾਨ ਹੋ ਆਪ ਤੇ ਗੋਬਿੰਦ ਪਰਮੇਸ਼ਰ ਦਾ ਹੀ ਸਰੂਪ। ਇਵੇਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਜਣਾਇਆ ਵੀ ਸਿੱਖੀ ਦਾ ਜਹਾਜ਼ ਆਪੋ ਤਾਪ ਪਈ ਹੈ ਪਰ ਬਚਾ ਅਸੀਂ ਲਵਾਂਗੇ। ਪੰਥ ਪ੍ਰਗਟ ਕਰ ਦਿੱਤਾ ਗਰੀਬ ਨਿਵਾਸ ਸਾਹਿਬ ਜੀ ਨੇ। ਜਦੋਂ ਵੀ ਫਿਰ ਇੱਦਾਂ ਦਾ ਕੋਈ ਸਮਾਂ ਬਣਦਾ ਗੁਰੂ ਸਾਹਿਬ ਰੱਖਿਅਕ ਵੀ ਆਪ ਹੀ ਬਣਦੇ ਨੇ। ਤੇ ਰੱਖਿਅਕ ਬਣਨ ਵੀ ਕਿਉਂਕਿ ਸਾਡੇ ਇਤਿਹਾਸ ਦੇ ਬਚਨਾਂ 'ਚ ਲਿਖਿਆ ਹੋਇਆ ਹੈ, ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਜੋ ਗੁਰੂ ਹੈ ਗੁਰੂ ਧੜੇ ਪਾਲਟੀ ਮੈਂ ਨਾਹੇ ਗੁਰੂ ਗੁਰ ਸਿੱਖਣ ਕੇ ਹੀਏ ਮੈਂ। ਕਿਸੇ ਧੜੇ ਕਿਸੇ ਪਾਰਟੀ 'ਚ ਨਹੀਂ ਗੁਰੂ ਹੁੰਦਾ। ਗੁਰੂ ਸਿੱਖਾਂ ਦੇ ਹਿਰਦੇ 'ਚ ਨਿਵਾਸ ਰੱਖਦਾ। ਇਹ ਸਾਨੂੰ ਸਮਝ ਪਵੇ ਵੀ ਸਾਰੇ ਗੁਰੂ ਦੇ ਸਿੱਖ ਹੈ ਵੀ ਆਪਣੀ ਦੁਨੀਆ ਦੀਆਂ ਜਿਹੜੀਆਂ ਕਾਰ ਵਿਹਾਰ ਨੇ ਉਹਨਾਂ ਨੂੰ ਕਰਦਿਆਂ ਹੋਇਆਂ ਨਾ ਫਰਕ ਪਾ ਲਿਓ ਵੀ ਕੇਵਲ ਗੁਰੂ ਸਾਡਾ ਹੈ, ਕੇਵਲ ਅਸੀਂ ਅਧਿਕਾਰੀ ਹਾਂ ਗੁਰੂ ਘਰਾਂ ਦੇ। ਸਭ ਦਾ ਸਾਂਝਾ ਇਹ ਤਾਂ ਸਭੇ ਸਾਂਝੀਵਾਲ ਸਦਾਇਨ। ਇਹ ਸਾਂਝੀਵਾਲਤਾ ਦਾ ਸਥਾਨ ਨੇ ਗੁਰੂ ਪਾਤਸ਼ਾਹ ਦੇ ਘਰ। ਇੱਥੇ ਕਿਸੇ ਇੱਕ ਦਾ ਦਾਵਾ ਨਹੀਂ ਪੁੱਗ ਸਕਦਾ।
ਇਹ ਗੁਰੂ ਮਹਾਰਾਜ ਦੇ ਸਿੱਖ ਸਾਰੇ ਹੀ ਇਸ ਸਥਾਨ ਦੇ ਅਧਿਕਾਰੀ ਨੇ ਦਰਸ਼ਨ ਕਰਨ ਦੇ। ਸੋ ਇਸ ਤਰ੍ਹਾਂ ਆਪੋ ਤਾਪ ਸਾਡੀ ਖਤਮ ਹੋਵੇ, ਗੁਰੂ ਪੰਥ ਗੁਰੂ ਗ੍ਰੰਥ ਦੇ ਸਤਿਕਾਰ ਦੀ ਭਾਵਨਾ ਸਾਡੇ 'ਚ ਜਾਗੇ। ਇਹ ਗੁਰੂ ਸਾਹਿਬ ਜੀ ਨੇ ਅੱਜ ਪਵਿੱਤਰ ਉਪਦੇਸ਼ ਦਿੱਤੇ ਨੇ। ਤੇ ਅੱਜ ਦਾ ਜੋ ਪਾਵਨ ਦਿਹਾੜਾ ਹੈ, ਜਿਹੜੇ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦਾ ਜਹਾਜ਼ ਰਚ ਕੇ ਤੇ ਗੁਰਬਾਣੀ ਦੇ ਜਹਾਜ਼ ਤੇ ਲੜ ਲਾ ਦਿੱਤਾ ਵੀ ਸਿੱਖੋ ਚੜ੍ਹ ਜੋ ਤੇ ਪਾਰ ਹੋ ਜਾਵੋਗੇ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਕਲਯੁਗ 'ਚ ਗੁਰੂ ਅਰਜਨ ਸਾਹਿਬ ਜਹਾਜ਼ ਨੇ। ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਜਹਾਜ਼ ਰਚ ਦਿੱਤਾ ਹੈ। ਇਹ ਸਿੱਖ ਪਿਆਰਿਓ, ਨਾਲ ਲੱਗ ਕੇ ਤਰ ਜਾਓ, ਮੁਕਤ ਹੋ ਜਾਓ। ਪੰਚਮ ਪਾਤਸ਼ਾਹ ਸਾਧ ਸੰਗਤ ਜੀ 1638 ਬਿਕਰਮੀ ਭਾਦਰੋਂ ਸੁਦੀ ਦੂਜ ਨੂੰ ਗੁਰੂ ਸਾਹਿਬ ਜੀ ਗੁਰਿਆਈ ਦੇ ਤਖਤ ਤੇ ਬਿਰਾਜਮਾਨ ਹੋਏ। ਗੁਰਤਾ ਗੱਦੀ ਦੇ ਤਖਤ ਤੇ ਸੁਭਾਏਮਾਨ ਹੋਣ ਤੋਂ ਪਹਿਲਾਂ 11 ਵਰੇ ਤਾਂ ਗੋਂਦਵਾਲ ਸਾਹਿਬ ਰਹੇ ਪਾਤਸ਼ਾਹ ਜੀ। ਤੇ ਸਤਿਗੁਰੂ ਜੀ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ। ਗੁਰਬਾਣੀ ਦੇ ਵਿੱਚ ਬਚਨ ਆਉਂਦਾ ਸਵਈਆਂ ਦਾ ਵੀ ਹੇ ਪੰਜਵੇਂ ਪਾਤਸ਼ਾਹ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜਨਮ ਤੋਂ ਹੀ ਮਹਾਰਾਜ ਜੀ ਉਹ ਬ੍ਰਹਮ ਦੀ ਪਛਾਣ ਕੀਤੀ ਹੈ ਗੁਰੂ ਦੀ ਮੱਤ ਲੈ ਕਰਕੇ। 11 ਵਰੇ ਗੋਂਦਵਾਲ ਸਾਹਿਬ ਵਿੱਚ ਰਹੇ। ਹਰ ਤਰ੍ਹਾਂ ਦੀ ਸਿੱਖਿਆ ਇੱਥੇ ਗੁਰੂ ਅਮਰਦਾਸ ਸਾਹਿਬ ਨੇ ਦਵਾਈ। ਗੁਰਬਾਣੀ ਦੇ ਅਭਿਆਸੀ ਬਣਾਇਆ, ਸੇਵਾ ਕਰਨ ਲੱਗ ਪਏ। ਫਿਰ ਜਦ ਪਿਤਾ ਜੀ ਤਖਤ ਤੇ ਬਿਰਾਜਮਾਨ ਹੋਏ, ਅੰਮ੍ਰਿਤਸਰ ਸਾਹਿਬ ਨਾਲ ਆ ਗਏ। ਜੇ 7 ਕੁ ਵਰੇ ਇੱਥੇ ਬਤੀਤ ਹੋਏ ਸੇਵਾ ਕਰਦਿਆਂ। 18 ਕੁ ਵਰਿਆਂ ਦੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਏ। ਜਦੋਂ ਚੌਥੇ ਸਤਿਗੁਰਾਂ ਦੀ ਸੇਵਾ 'ਚ ਰਹਿੰਦੇ ਸਨ ਤੇ ਐਸੀ ਨਿਮਰਤਾ, ਕਹਿੰਦੇ ਵੀ ਚੌਥੇ ਪਾਤਸ਼ਾਹ ਦੇ ਚਿਹਰੇ ਵੱਲ ਅੱਖਾਂ ਚੁੱਕ ਕੇ ਨਹੀਂ ਸੀ ਵੇਖਦੇ। ਹਰ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਹੀ ਧਿਆਨ ਰਹਿੰਦਾ ਸੀ। ਜੋ ਬਚਨ ਕਹਿਣਾ ਬਸ ਜਵਾਬ ਅੱਗੋਂ ਇਹੀ ਆਉਣਾ ਵੀ 7 ਵਜਨ ਮਹਾਰਾਜ। 7 ਵਜਨ ਤੋਂ ਅਲੱਗਾ ਕੋਈ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਹੀ ਨਹੀਂ ਕੀਤਾ। ਤੁਲਸੀ ਜੀ ਨੇ ਲਿਖਿਆ ਰਮਾਇਣ ਦੇ ਵਿੱਚ, ਆਗਿਆ ਸਮ ਨਹੀਂ ਸਾਹਿਬ ਸੇਵਾ। ਜਿਹੜੀ ਆਪਣੇ ਮਾਲਕ ਦੀ ਆਗਿਆ ਸਤ ਕਰਕੇ ਮੰਨਣੀ ਹੈ ਨੇ, ਇਹਦੇ ਵਰਗੀ ਸੇਵਾ ਹੀ ਕੋਈ ਨਹੀਂ। ਜਿਹਨੇ ਆਗਿਆ ਮੰਨ ਲਈ ਸਮਝੋ ਵੀ ਉਹ ਪ੍ਰਵਾਨ ਹੋ ਗਿਆ। ਹੋਰ ਕਈ ਸੇਵਾਵਾਂ ਕਰਦੇ ਰਹੇ ਤੇ ਪਰਖ ਦੀ ਸਾਖੀਅਤ ਜਾਣਦੇ ਹੀ ਆ ਨਾ, ਜਦੋਂ ਵੀ ਸਹਾਰੀ ਮੱਲ ਜੋ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਭਰਾਤਾ ਸਨ ਰਿਸ਼ਤੇਦਾਰੀ ਚੋਂ, ਉਹਨਾਂ ਦੇ ਪੁੱਤਰ ਦਾ ਵਿਆਹ ਲਾਹੌਰ ਨੇਂਦਾ ਦੇਣ ਆਏ। ਚੌਥੇ ਪਾਤਸ਼ਾਹ ਨੇ ਪ੍ਰਿਥੀ ਚੰਦ ਨੂੰ ਕਿਹਾ ਤੂੰ ਚਲੇ ਜਾ। ਕਹਿੰਦਾ ਮਹਾਰਾਜ ਮੇਰੇ ਬਿਨਾ ਪ੍ਰਬੰਧ ਖਰਾਬ ਹੋ ਜੂ, ਮੈਂ ਆਪਣੀ ਇੱਥੇ ਮੈਨੇਜਮੈਂਟ ਨਹੀਂ ਖਰਾਬ ਕਰਨੀ, ਮੇਰੇ ਬਿਨਾ ਇਹ ਲੈਣ ਦੇਣ ਦਾ ਹਿਸਾਬ ਕੌਣ ਕਰੂਗਾ, ਰੌਲਾ ਪੈ ਜਾਊਗਾ, ਮੈਂ ਨਹੀਂ ਜਾ ਸਕਦਾ। ਮਹਾਦੇਵ ਨੂੰ ਕਿਹਾ, ਕਹਿੰਦਾ ਮਹਾਰਾਜ ਨਾ ਰਿਸ਼ਤੇਦਾਰਾਂ ਤੋਂ ਕੀ ਲੈਣਾ, ਇਹ ਕਿਹੜੇ ਨਾਲ ਨਿਭਣੇ ਨੇ। ਗੱਲ ਤਾਂ ਠੀਕ ਸੀ, ਪਰ ਗੁਰੂ ਸਾਹਿਬ ਨੇ ਗ੍ਰਸਤ ਦੇ ਵਿੱਚ ਰਹਿੰਦਿਆਂ ਰੱਬ ਨਾਲ ਜੁੜਨ ਦਾ ਹੁਕਮ ਕੀਤਾ, ਨਾ ਕਿ ਗ੍ਰਸਤ ਤੋਂ ਲਾਂਭੇ ਹੋ ਕੇ। ਇਸ ਕਰਕੇ ਮਹਾਦੇਵ ਵੀ ਜਵਾਬ ਦੇ ਗਿਆ। ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਤੁਸੀਂ ਜਾਓ ਉੱਥੇ 1 ਮਹੀਨਾ ਆਪਣੇ ਤਾਇਆ ਜੀ ਦੇ ਘਰ ਰਹੋ, ਇਹਨਾਂ ਨਾਲ ਕੰਮ ਕਰਾਇਓ, ਫਿਰ ਧਰਮਸ਼ਾਲਾ 'ਚ ਟਿਕ ਜਾਇਓ। ਜਿੰਨਾ ਚਿਰ ਅਸੀਂ ਨਾ ਸੱਦੀਏ ਇੱਧਰ ਨੂੰ ਅੰਮ੍ਰਿਤਸਰ ਨੂੰ ਆਉਣਾ ਹੀ ਨਹੀਂ ਹੈ। ਸਬਰ ਪਰਖਣਾ ਸੀ। 7 ਵਜਨ ਹੀ ਕਹਿ ਕੇ ਮੱਥਾ ਟੇਕ ਕੇ ਚਲੇ ਗਏ। ਵਿਆਹ ਹੋ ਗਿਆ, ਫਿਰ ਧਰਮਸ਼ਾਲਾ 'ਚ ਟਿਕ ਗਏ। 5-6 ਮਹੀਨੇ ਨਹੀਂ ਮਹਾਰਾਜ ਨੇ ਕੋਈ ਸੱਦਾ ਪੱਤਰ ਭੇਜਿਆ। 5-6 ਮਹੀਨਿਆਂ ਬਾਅਦ ਹੁਣ ਵੈਰਾਗ ਵਿੱਚ ਆ ਗਏ ਪੰਜਵੇਂ ਪਾਤਸ਼ਾਹ, ਕਿਉਂਕਿ ਮਛਲੀ ਜਿਹੜੀ ਹੈ ਉਹਦਾ ਜੀਵਨ ਪਾਣੀ ਹੈ, ਉਹ ਪਾਣੀ ਨਾਲੋਂ ਵਿਛੜਨਾ ਨਹੀਂ ਚਾਹੁੰਦੀ। ਇਵੇਂ ਸਤਿਗੁਰੂ ਸਾਹਿਬ ਜੀ ਦਾ ਜੀਵਨ ਪ੍ਰੇਮ ਸੀ, ਗੁਰੂ ਸਾਹਿਬ ਦੇ ਦਰਸ਼ਨਾਂ ਵਿੱਚ ਵਿਛੜਨਾ ਨਹੀਂ ਸੀ ਚਾਹੁੰਦੇ, ਪਰ ਮਹਾਰਾਜ ਦਾ ਹੁਕਮ ਮੰਨ ਕੇ ਉਹ ਵਿਛੋੜੇ ਦਾ ਦੁੱਖ ਝੱਲਿਆ। 5-6 ਮਹੀਨੇ ਲੰਘ ਗਏ, ਫਿਰ ਚਿਹਰੇ ਦਾ ਰੰਗ ਪੀਲਾ ਪੈ ਗਿਆ, ਸਰੀਰ ਦੇ ਅੰਗ ਢਿੱਲੇ ਪੈਣ ਲੱਗ ਪਏ। ਇੰਨਾ ਵੈਰਾਗ, ਇੰਨਾ ਪ੍ਰੇਮ, ਇੰਨਾ ਬਿਰਹ ਦਾ ਵਿਛੋੜਾ ਦੁਖੀ ਕਰਨ ਲੱਗ ਪਿਆ। ਤੇ ਬੇਨਤੀ ਕਰਕੇ ਫਿਰ ਇੱਕ ਚਿੱਠੀ ਲਿਖ ਕੇ ਭੇਜੀ ਵੀ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਰ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ। ਇਹ ਬਚਨ ਗੁਰੂ ਸਾਹਿਬ ਜੀ ਦੇ ਤਾਈ ਲਿਖ ਕਰਕੇ ਚਿੱਠੀ ਦੇ ਰੂਪ ਵਿੱਚ ਪੰਜਵੇਂ ਪਾਤਸ਼ਾਹ ਨੇ ਭੇਜੇ। ਸਿੱਖ ਚਿੱਠੀ ਲੈ ਕੇ ਆਇਆ,
ਪ੍ਰਿਥੀ ਦੇ ਹੱਥ ਆ ਗਈ। ਉਹਨੇ ਮਹਾਰਾਜ ਤੇ ਜਾਣ ਹੀ ਨਹੀਂ ਦਿੱਤਾ, ਮੋੜਤਾ। ਫਿਰ ਦੂਜਾ ਪਦਾ ਇਹ ਸ਼ਬਦ ਦਾ ਲਿਖਿਆ, ਫਿਰ ਉਹ ਵੀ ਪ੍ਰਿਥੀ ਚੰਦ ਦੇ ਹੱਥ ਆ ਗਿਆ, ਉਹਨੇ ਜਾਣ ਹੀ ਨਹੀਂ ਦਿੱਤਾ। ਤੀਸਰਾ ਪਦਵਾ ਪੰਜਵੇਂ ਪਾਤਸ਼ਾਹ ਨੇ ਜਦ ਲਿਖਿਆ, ਕਹਿੰਦੇ ਸਿੱਖਾ ਸਿੱਧਾ ਗੁਰੂ ਰਾਮਦਾਸ ਸਾਹਿਬ ਕੋਲ ਜਾਈ, ਆਇਆ ਹੈ ਸਿੱਖ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਅੱਗੇ ਆ ਕੇ ਉਹ ਪੱਤਰਕਾ ਰੱਖੀ ਵੀ ਸਤਿਗੁਰੂ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ। ਮੋਏ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰੂ ਦਰਬਾਰੇ ਜੀਓ। ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿੰਦੇ ਜਦੋਂ ਤੀਸਰਾ ਪਦਾ ਸ਼ਬਦ ਦਾ ਪੜ੍ਹਿਆ, ਚੌਥੇ ਪਾਤਸ਼ਾਹ ਦੇ ਨੇਤਰਾਂ 'ਚੋਂ ਮੋਤੀ ਵਗਣ ਲੱਗ ਪਏ, ਜਲ ਵਹਿ ਤੁਰਿਆ। ਸਤਿਗੁਰਾਂ ਦਾ ਗਲਾ ਭਰ ਆਇਆ। ਇਤਿਹਾਸਕਾਰਾਂ ਨੇ ਲਿਖਿਆ, ਗਦ ਬਾਣੀ ਹੋ ਗਈ। ਬੜੇ ਖੁਸ਼ ਹੋਏ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਆ ਵੇਖੋ ਸਾਡਾ ਪੁੱਤਰ ਸ੍ਰੀ ਅਰਜਨ ਦੇਵ, ਇਹ ਕਿੰਨੇ ਸਾਡੇ ਨਾਲ ਪ੍ਰੇਮ ਕਰਦਾ ਹੈ, ਸਾਡੇ ਦਰਸ਼ਨਾਂ ਦੀ ਕਿੰਨੀ ਸੋਹਣੀ ਭਾਵਨਾ ਰੱਖਦਾ ਏ। ਆ ਵੇਖੋ ਕਿੱਡੀ ਸੋਹਣੀ ਬਾਣੀ ਲਿਖੀ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹੀ। ਤੇ ਬੜੇ ਖੁਸ਼ ਹੋਏ, ਕਹਿੰਦੇ ਜਾਓ ਲੈ ਕੇ ਆਓ ਉਹਨਾਂ ਨੂੰ। ਸਾਲ ਹੋ ਚੁੱਕਾ ਸੀ ਉਸ ਦਿਨ ਤੀਕਰ। ਗਏ ਬਾਬਾ ਬੁੱਢਾ ਸਾਹਿਬ, ਇੱਕ ਰਾਤ ਰਸਤੇ 'ਚ ਰਹੇ, ਲਾਹੌਰ ਪਹੁੰਚੇ। ਪੰਜਵੇਂ ਪਾਤਸ਼ਾਹ ਨੂੰ ਕਿਹਾ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਚੇਤੇ ਕਰਦੇ ਆ। ਖੁਸ਼ੀ ਦਾ ਤੇ ਕੋਈ ਹੱਦ ਬੰਨਾ ਹੀ ਨਾ ਰਿਹਾ। ਲਾਹੌਰ ਦੀ ਸੰਗਤ ਨੂੰ ਪਤਾ ਲੱਗਾ, ਸਾਰੇ ਮਿਲਣ ਆਏ, ਵੈਰਾਗ ਕਰਨ ਲੱਗੇ, ਸਤਿਗੁਰੂ ਤੁਹਾਡੇ ਦਰਸ਼ਨਾਂ ਨਾਲ ਇੱਕ ਸਾਲ ਅਸੀਂ ਨਿਹਾਲ ਹੋਏ ਹਾਂ। ਮਹਾਰਾਜ ਕਹਿੰਦੇ ਅੰਮ੍ਰਿਤਸਰ ਸਾਹਿਬ ਆਇਓ ਮੇਲੇ 'ਤੇ, ਉੱਥੇ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਕਰਾਂਗੇ। ਚੱਲੇ ਨੇ, ਇੱਕ ਰਾਤ ਰਸਤੇ 'ਚ ਲੱਗੀ ਹੈ। ਅਗਲੇ ਦਿਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਗਏ। ਪੰਜਵੇਂ ਪਾਤਸ਼ਾਹ ਨੇ ਮੱਥਾ ਟੇਕਿਆ, ਸਤਿਗੁਰਾਂ ਗਲ ਵਕੜੀ 'ਚ ਲੈ ਕੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਕਹਿਣ ਲੱਗੇ ਵੀ ਪੁੱਤਰ ਜੀ ਤੁਸੀਂ ਬਹੁਤ ਸੋਹਣਾ ਪ੍ਰੇਮ ਦਾ ਵਚਨ ਸਾਡੇ ਤੇ ਲਿਖਿਆ ਹੈ, ਪਰ ਤੁਸੀਂ ਇਹ 3 ਅੰਕ ਕਿਉਂ ਪਾਇਆ ਹੈ? ਜੇ ਤੇ ਇੱਥੇ 1 ਅੰਕ ਲਿਖਣਾ ਚਾਹੀਦਾ ਸੀ ਨਾ। ਤੇ ਜੇ ਤੁਸੀਂ ਪਹਿਲਾਂ ਤੋਂ ਪੱਤਰਕਾ ਭੇਜੀਆਂ ਹਨ, ਉਹ ਕਿੱਥੇ ਨੇ? ਉਹ ਸਾਨੂੰ ਨਹੀਂ ਮਿਲੀਆਂ। ਜਿਹੜਾ ਸਿੱਖ ਲੈ ਕੇ ਆਇਆ ਸੀ ਉਧਰ ਇਸ਼ਾਰਾ ਕਰਤਾ, ਮਹਾਰਾਜ ਇਹਨੂੰ ਪੁੱਛੋ। ਸਤਿਗੁਰੂ ਕਹਿੰਦੇ ਵੀ ਤੂੰ ਪੱਤਰਕਾ ਲੈ ਕੇ ਆਇਆ ਪਹਿਲਾਂ? ਕਹਿੰਦੇ ਹਾਂ। ਕਿੱਥੇ ਹੈ? ਮਹਾਰਾਜ ਉਹ ਪ੍ਰਿਥੀ ਚੰਦ ਨੇ ਲੈ ਲਈਆਂ ਸੀ, ਤੁਹਾਡੇ ਤਾਈਂ ਨਹੀਂ ਆਉਣ ਦਿੱਤਾ। ਭਾਈ ਪ੍ਰਿਥੀਏ ਨੂੰ ਸੱਦਿਆ, ਮੁੱਕਰ ਹੀ ਗਿਆ। ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਦੀ ਸਹੁੰ ਲੱਗੇ ਜੇ ਮੈਂ ਵੇਖੀਆਂ ਵੀ ਹੋਣ, ਆ ਕਦੇ ਡਿੱਗ ਪਈਆਂ ਹੋਣਗੀਆਂ, ਇਹ ਝੂਠ ਬੋਲਦਾ ਸਿੱਖ। ਬਾਕੀ ਕਾਗਜ਼ ਕਲਮ ਮੈਂ ਲਿਆ ਦੇਣਾ, ਚਿੱਠੀਆਂ ਹੀ ਸੀ, ਉਹ ਕਿਹੜਾ ਕੋਈ ਗੱਲ ਹੋਰ ਸੀ। ਇੱਥੇ ਜੇ ਇਹਨਾਂ ਲਿਖੀਆਂ ਤੇ ਫਿਰ ਲਿਖ ਲੈਂਦੇ ਆ। ਸਿੱਖ ਨੂੰ ਇਸ਼ਾਰਾ ਕਰਕੇ ਕੰਨਾਂ 'ਚ ਕਹਿ ਕੇ ਵਜਨ, ਕਹਿੰਦੇ ਦੇ ਘਰੋਂ ਚੋਲਾ ਲੈ ਕੇ ਆਏ ਦਾ। ਕਰਮੋਂ ਨੂੰ ਕਿਹਾ ਵੀ ਪ੍ਰਿਥੀ ਚੰਦ ਚੋਲਾ ਮੰਗਦਾ ਲਿਆਏ। ਜਦੋਂ ਸਭਾ 'ਚ ਪਹਿਲਾਂ ਵੇਖ ਕੇ ਇਹ ਘਾਬਰ ਗਿਆ, ਗੀਸੇ ਦੇ ਵਿੱਚੋਂ ਚਿੱਠੀਆਂ ਕੱਢ ਲਈਆਂ। ਇਹਦੇ ਪਾਪ ਜਾਗਣੇ ਸੀ ਵੀ ਇਹ ਪਾੜ ਵੀ ਨਹੀਂ ਸਕਿਆ, ਸਾੜ ਵੀ ਨਹੀਂ ਸਕਿਆ, ਤੇ ਉੱਦਾਂ ਹੀ ਰੱਖ ਲਈਆਂ ਜੇਬ 'ਚ। ਪਾਪ ਇਹਦੇ ਪ੍ਰਗਟ ਕੀਤੇ। ਸਤਿਗੁਰੂ ਸਾਹਿਬ ਜੀ ਨੇ ਝੜਕਿਆ, ਕਹਿੰਦੇ ਆਹ ਕਿੱਥੋਂ ਆਈਆਂ ਏ? ਇੱਕ ਵਾਰਾਂ ਤੇ ਬਿਲਕੁਲ ਹੀ ਸ਼ਰਮਿੰਦਾ ਹੋਇਆ, ਨਾਲ ਹੀ ਵਾਲ ਪਾ ਕੇ ਕਹਿਣ ਲੱਗਾ ਮਹਾਰਾਜ ਇਹ ਚਿੱਠੀਆਂ ਮੇਰੀਆਂ ਨੇ, ਕਿ ਤੁਹਾਡਾ ਨਿੱਕਾ ਪੁੱਤਰ ਹੀ ਤੁਹਾਨੂੰ ਪ੍ਰੇਮ ਦੇ ਪੱਤਰ ਲਿਖ ਸਕਦਾ? ਮੈਂ ਨਹੀਂ ਪ੍ਰੇਮ ਕਰਦਾ ਤੁਹਾਡੇ ਨਾਲ, ਮੈਂ ਨਹੀਂ ਪ੍ਰੇਮ ਦੇ ਵਿੱਚ ਚਿੱਠੀ ਲਿਖ ਸਕਦਾ, ਵੀ ਮੈਂ ਵੀ ਤਾਂ ਤੁਹਾਡਾ ਪੁੱਤਰ ਹੀ ਐ, ਇਹ ਮੈਂ ਲਿਖੀਆਂ ਨੇ। ਇੱਥੋਂ ਤੀਕਰ ਡਿੱਗ ਪਿਆ। ਮਹਾਰਾਜ ਕਹਿੰਦੇ ਠੀਕ ਹੈ, ਮੰਨ ਲੈਨੇ ਆ ਵੀ ਇਹ ਤੂੰ ਹੀ ਲਿਖੀਆਂ ਨੇ। ਇਹਦੇ ਵਰਗਾ ਇੱਕ ਪਦਾ ਹੋਰ ਇੱਥੇ ਲਿਖ ਕੇ ਵਿਖਾ ਸਾਨੂੰ। ਉਸ ਵੇਲੇ ਫਿਰ ਕਿੱਥੋਂ ਲਿਖਣਾ ਸੀ? ਇਹ ਤਾਂ ਧੁਰੋਂ ਆਈ ਬਾਣੀ ਹੈ, ਕੋਈ ਦਿਮਾਗੀ ਕਲਮ ਤਾਂ ਨਹੀਂ ਸੀ ਵੀ ਲਿਖ ਦਿੰਦਾ। ਮਹਾਰਾਜ ਸਾਹਿਬ ਦੇ ਸਾਹਮਣੇ ਉਸ ਵੇਲੇ ਸ਼ਰਮਿੰਦਾ ਹੀ ਹੋ ਗਿਆ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਰਹੇ ਹੋ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਦੀ ਸੇਵਾ ਕੀਤੀ, ਦੱਸੋ ਇਹ ਸਾਡਾ ਪੁੱਤਰ ਅਰਜਨ ਗੁਰਿਆਈ ਦੇ ਬਹਿਣ ਦੇ ਯੋਗ ਹੈ? ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਤੁਹਾਥੋਂ ਸਿਆਣਾ ਕੌਣ ਹੈ? ਪਰ ਫਿਰ ਵੀ ਮੈਨੂੰ ਤਾਂ ਇਹਨਾਂ ਵਰਗਾ ਜਹਾਨ 'ਚ ਕੋਈ ਦੂਜਾ ਦਿਖਦਾ ਹੀ ਨਹੀਂ। ਜਿੰਨੇ ਲਾਇਕ ਗੁਰੂ ਅਰਜਨ ਦੇਵ ਸਾਹਿਬ ਨੇ, ਇਹਨਾਂ ਦੇ ਹੋਰ ਕੋਈ ਦੂਸਰਾ ਹੋ ਹੀ ਨਹੀਂ ਸਕਦਾ। ਕਹਿੰਦੇ ਲਿਆਓ ਫਿਰ 5 ਪੈਸੇ ਲਲੇਰ। ਗੁਰਿਆਈ ਦੀ ਮਰਿਆਦਾ ਕਰਨ ਦੇ ਵਾਸਤੇ 1638 ਬਿਕਰਮੀ ਭਾਦਰੋਂ ਸੁਦੀ ਦੂਜ ਵਾਲੇ ਦਿਨ 1581 ਬਿਕਰਮੀ ਵਾਹਿਗੁਰੂ ਈਸਵੀ 1 ਸਤੰਬਰ ਨੂੰ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ 'ਤੇ ਗੁਰਿਆਈ ਦੇ ਤਖਤ 'ਤੇ ਬਾਹੋਂ ਫੜ ਕੇ ਚੌਥੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਬਿਠਾਇਆ। 5 ਪੈਸੇ ਭੇਟਾ ਵਜੋਂ ਲਲੇਰ ਸਤਕਾਰ ਵਜੋਂ ਅੱਗੇ ਰੱਖ ਕੇ
ਮੱਥਾ ਟੇਕਿਆ, 3 ਪਰਿਕਰਮਾ ਕਰ ਦਿੱਤੀਆਂ ਤੇ ਜੋ ਮਰਿਆਦਾ ਸੀ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ। ਉਸ ਵੇਲੇ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ। ਜੋ ਗੁਰੂ ਜੋਤ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਦੇ ਸਰੂਪ ਦੇ ਵਿੱਚ ਧਾਰਨ ਕਰਤੀ, ਪ੍ਰਗਟ ਕਰ ਦਿੱਤੀ। ਅੱਜ ਦੇ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਿਆਈ ਦੇ ਤਖਤ ਤੇ ਚੌਥੇ ਪਾਤਸ਼ਾਹ ਨੇ ਬਿਠਾਇਆ ਸੀ। ਜਿਸ ਸਤਿਗੁਰੂ ਦੇ ਬਾਬਤ ਬਚਨ ਹੈ, ਧਰਨ ਗਗਨ ਨਾ ਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਵੀ ਪ੍ਰਤੱਖ ਰੱਬ ਦਾ ਰੂਪ ਜੇ ਪੰਜਵੇਂ ਪਾਤਸ਼ਾਹ, ਕੋਈ ਫਰਕ ਨਾ ਸਿੱਖਾ ਸਮਝ ਲਿਓ। ਸਭ ਨੂੰ ਕਿਹਾ ਮੱਥਾ ਟੇਕੋ, ਸਾਡਾ ਹੀ ਰੂਪ ਜਾਣ ਕੇ ਨਮਸਕਾਰ ਕਰੋ। ਸਭ ਨੇ ਸਿਰ ਝੁਕਾਏ, ਪ੍ਰਿਥਿਆ ਸੜ ਬਲ ਗਿਆ। ਮਹਾਰਾਜ ਨੇ ਇਹਨੂੰ ਸਮਝਾਇਆ ਵੀ ਇਹ ਧੁਰੋਂ ਆਈ ਦਾਤ ਹੈ, ਕੋਈ ਜੱਦੀ ਜਾਇਦਾਦਾਂ ਨਹੀਂ ਜੋ ਤੇਰਾ ਹੱਕ ਬਣੇ। ਪਰ ਮਹਾਰਾਜ ਦੇ ਨਾਲ ਇਹਨੇ ਵਿਗਾੜ ਵੀ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਮਾੜਾ ਚੰਗਾ ਬੋਲਿਆ। ਸਤਿਗੁਰੂ ਜੀ ਉਦਣ ਹੀ ਫਿਰ ਅੰਮ੍ਰਿਤਸਰ ਸਾਹਿਬ ਤੋਂ ਗੋਂਦਵਾਲ ਸਾਹਿਬ ਆ ਗਏ ਸਨ ਤੇ ਅਗਲੇ ਦਿਨ ਸੱਚਖੰਡ ਚਲੇ ਗਏ। ਸੋ ਉਹ ਪ੍ਰਸੰਗ ਵੀ ਕੱਲ੍ਹ ਆਪਾਂ ਸੁਣਾਂਗੇ। ਸੋ ਇਸ ਪ੍ਰਕਾਰ ਗੁਰੂ ਗਰੀਬ ਨਿਵਾਜ ਪਾਤਸ਼ਾਹ ਗੁਰਿਆਈ ਤੇ ਬੈਠੇ, ਜਦੋਂ ਤਖਤ ਤੇ ਬੈਠੇ ਫਿਰ ਚੌਥਾ ਪਦਾ ਵੀ ਕਹਿੰਦੇ ਲਿਖ ਦਿਓ। ਤੇ ਉਦੋਂ ਕਿਹਾ ਸੀ ਵੀ ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ। ਇਸ ਤਰ੍ਹਾਂ ਗੁਰਬਾਣੀ ਦੇ ਬਚਨ ਮਹਾਰਾਜ ਸਾਹਿਬ ਜੀ ਨੇ ਕਹਿ ਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਸੇਵਾ ਕਮਾ ਕੇ ਆਗਿਆ ਮੰਨ ਕੇ ਤੇ ਗੁਰਿਆਈ ਗੱਦੀ ਦੇ ਤਖਤ ਦੀ ਦਾਤ ਪ੍ਰਾਪਤ ਕੀਤੀ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਵਧਾਈਆਂ ਹੋਣ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਆਦਿ ਅਰਵਿੰਦ ਬਿਲੰਦ ਤੁਮਾਰੇ ਧਰੈ ਧਿਆਨ ਤਿਨ ਕਸ਼ਟ ਬਿਦਾਰੇ, ਇਮ ਕਹਿ ਕਰੀ ਬੰਦਨਾ ਬ੍ਰਿੰਦ ਗੁਰ ਬਿਲੰਦ ਬਲ ਸ੍ਰੀ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰਾਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ